1359 है। परम सन्मानयोग गुरु प्यारिओ, वाहिगुरू जी का खालसा, वाहिगुरू जी की फतेह। सिख मिशनरी कॉलेज लुधियाना वालों SMC गुरमत क्लास USA विच आप सारिਆਂ ਦਾ स्वागत है। आप ਸਾਰਿਆਂ ਨੂੰ ਜੀ ਆਇਆਂ। हर मंगलवार ਅਸੀਂ ਸ਼ਲੋਕ ਸਹਿਸਕ੍ਰਿਤੀ ਲੜੀਵਾਰ ਵਿਚਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਹਨ, ਉਹਨਾਂ ਦੀ ਵਿਚਾਰ ਕਰਦੇ ਹਾਂ। ਪਿਛਲੇ ਹਫਤੇ ਅਸੀਂ 58 ਨੰਬਰ ਸ਼ਲੋਕ ਦੀ ਵਿਚਾਰ ਕੀਤੀ ਸੀ। ਅੱਜ ਦੀ ਵਿਚਾਰ 59 ਨੰਬਰ ਸ਼ਲੋਕ ਤੋਂ ਆਰੰਭ ਹੁੰਦੀ ਹੈ। ਸ਼ਲੋਕ ਸਕਰੀਨ ਤੇ ਸ਼ੇਅਰ ਕੀਤਾ ਗਿਆ ਹੈ। ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲੰ ਰੋਗ ਖੰਡਨੈ। ਇਸ ਸ਼ਬਦ ਦੀ, ਇਸ ਸ਼ਲੋਕ ਦੀ ਅੱਜ ਵਿਚਾਰ ਆਰੰਭ ਹੋਣੀ ਹੈ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਜੋ ਇਹਨਾਂ ਸ਼ਲੋਕਾਂ ਦੀ ਵਿਚਾਰ ਜਿਨ੍ਹਾਂ ਨੇ ਕੀਤੀ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਬਾਣੀਆਂ ਦੀ ਵਿਚਾਰ ਸਾਡੇ ਨਾਲ ਉਹਨਾਂ ਸਾਂਝੀ ਕੀਤੀ ਹੈ। ਬੇਨਤੀ ਕਰਦਾ ਹਾਂ ਗਿਆਨੀ ਜੀ ਕਿਰਪਾ ਕਰੋ, ਅੱਜ ਇਸ 59 ਨੰਬਰ ਸ਼ਲੋਕ ਤੋਂ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਵਿੱਚ ਜੁੜੀ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਮੰਗਲਾਚਰਨ ਕਰ ਲਈਏ ਤੇ ਨਾਲ ਹੀ ਮੈਂ ਸ਼ਲੋਕ ਦਾ ਪਾਠ ਆਪ ਜੀ ਨਾਲ ਸਾਂਝਾ ਕਰਾਂਗਾ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲੰ ਰੋਗ ਖੰਡਣੈ। ਸਾਧ ਸੰਗੇਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਵਰੈ। ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲੰ ਰੋਗ ਖੰਡਣੈ। ਸਾਧ ਸੰਗੇਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਵਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅੱਜ ਦੇ ਅੰਮ੍ਰਿਤਮਈ ਬਚਨ ਨੂੰ ਸਹਿਸਕ੍ਰਿਤੀ ਸ਼ਲੋਕਾਂ ਵਿੱਚ 59 ਨੰਬਰ ਸ਼ਲੋਕ ਦੇ ਰੂਪ ਵਿੱਚ ਸ਼ੋਭਿਤ ਹਨ। ਇਸ ਸ਼ਲੋਕ ਦੇ ਵਿੱਚ ਔਖੇ ਸ਼ਬਦਾਂ ਦੇ ਅਰਥਾਂ ਨੂੰ ਪਹਿਲਾਂ ਅਸੀਂ ਸਮਝ ਲਈਏ। ਸਗਲਿਆਂ, ਇਹਦਾ ਉਚਾਰਨ ਜਿਹੜਾ ਹੈ ਲੱਲੇ ਦੇ ਪੈਰ ਵਿੱਚ ਅੱਧਾ ਯਈਆ ਉੱਪਰ ਲਿਪੀ ਹੈ ਤੇ ਉਚਾਰਨ ਇਸ ਤਰ੍ਹਾਂ ਹੋਏਗਾ ਮਾਨੋ ਜਿਵੇਂ ਲੱਲੇ ਨੂੰ ਸਿਆਰੀ ਅਤੇ ਐੜੇ ਨੂੰ ਟਿੱਪੀ ਹੋਵੇ। ਜਿਹੜਾ ਅੱਧਾ ਯਈਆ ਅੱਖਰ ਦੇ ਪੈਰ ਵਿੱਚ ਹੁੰਦਾ ਹੈ, ਉਹਦਾ ਉਚਾਰਨ ਕਰਨ ਲਈ ਉਸ ਅੱਖਰ ਨੂੰ ਸਿਆਰੀ ਲਗਾ ਕੇ ਅੱਗੇ ਸਵਰ ਲਾ ਦਿੱਤਾ ਜਾਂਦਾ ਹੈ, ਊੜਾ ਐੜਾ ਜਾਂ ਈੜੀ ਲੱਗ ਦੇ ਮੁਤਾਬਕ। ਇੱਥੇ ਐੜਾ ਲੱਗਿਆ ਤੇ ਟਿੱਪੀ ਐੜੇ ਨੂੰ ਆ ਗਈ, ਸਗਲਿਆਂ। ਕਿਰਪਾ ਜਿਹੜਾ ਪਹਿਲਾ ਸ਼ਬਦ ਹੈ ਕਿਰਪਾ, ਉਹਦੇ ਚ ਸਿਆਰੀ ਰਾਰੇ ਨੂੰ ਬੋਲੀ ਜਾਏਗੀ, ਕਿਰਪਾ ਕਿਰਪਾ। ਤੇ ਜੇ ਰਾਰਾ ਪੂਰਾ ਹੋਵੇ ਫਿਰ ਹੋਏਗਾ ਕਿਰਪਾ, ਫਿਰ ਕੱਕੇ ਦੀ ਸਿਆਰੀ ਬੋਲੀ ਜਾਂਦੀ ਹੈ, ਕੱਕੇ ਨੂੰ। ਪਰ ਇੱਥੇ ਪੈਰ ਦੇ ਰਾਰੇ ਦੀ ਸਿਆਰੀ ਬੋਲੀ ਜਾਏਗੀ ਕਿਰਪਾ। ਉਸ ਤੋਂ ਅੱਗੇ ਹੈ ਖੰਡਣਾ। ਖੰਡਣਾ ਭਾਵ ਨਾਸ਼ ਕਰ ਦਿੰਦਾ ਹੈ। ਸੰਗੇਣ ਮੈਨੇ ਸੰਗਤ ਵਿੱਚ, ਰਮਤ ਮੈਨੇ ਸਿਮਰਦਾ ਹੈ, ਰਮਦਾ ਹੈ। ਸਤਿਗੁਰੂ ਪਾਤਸ਼ਾਹ ਅੱਜ ਸਾਡੇ ਜੀਵਾਂ ਤੇ ਮਹਿਰਾਮਤ ਕਰ ਰਹੇ ਹਨ। ਕਿਰਪਾ ਕਰੰਤ ਗੋਬਿੰਦ ਗੋਪਾਲੈ
सगलिन रोग खंडने। गो मैंने धरती, बिंद मैंने प्रकाश, धरती दा प्रकाश। जिहड़ा गोबिंद है सारे जीवां नूं प्रकाश देण वाला है। सब मैं जोत, जोत है सोए, तिस दे चानण सब मैं जानन होए। जिहड़ा सारे अंदर जोत रूप रविया होया है। एका जोत, जोत है शरीरा, शब्द दिखाए सतगुर पूरा। जिहड़ा सारे अंदर जोत रूप रविया है। ए शरीरा मेरिया, हर तुम में जोत धरी। सारे दे अंदर उस प्रभु की जोत है। वो प्रभु जिहड़ा प्रकाश रूप इस धरती के जरे जरे कण कण नूं सत्ता देण वाला है। उहदी जोत, उहदी सत्ता है। गो पालै, गो मैंने धरती, पालै मैंने पालण वाला। जिहड़ा धरती नूं पालदा है। धरती का कोई कोना ऐसा नहीं जिथे जीवन ने अपनी हाजरी दर्ज नहीं कराई। हर कोने ते जीवन है, और जिथे जीवन है उथे भोजन नाल है। इस तरह कह लो, भोजन पहला है, जीवन बाद विच है। पहलों देता है रिजक संभाहा, पिछों देता है जंत उपाह। रिजक पहला है, जीव बाद विच है। ते जिथे जीव है, भोजन सब तो पहला है, भोजन उथे है। क्योंकि प्रभु गोपाल है। वो सिर्फ धरती नूं प्रकाश, जीवन, सत्ता ही नहीं दे रहा, भोजन भी दिंदा है, जीवन की पालना भी करता है। सो करता चिंता करे जिन्हों पाया जग। वो करता चिंता करता है जिन्हें जगत नूं पैदा किया है। उन्होंने भोजन का प्रबंध करता है। इस करके सब नूं पालनहार है वो। ते वो प्रभु कृपा जदों करता है, उदों उहदी कृपा सदका की हुंदा है, सगलियन रोग खंडने। वो सारे रोगां नूं नाश कर दिंदा है, सारे रोग मिटा दिंदा है। तीन तरह के रोग हुंदे ने, आद, व्याध ते उपाद। आद रोग जिहड़े शरीर के रोग ने। व्याध, व्याध दा भाव मन के रोग, चिंता, फिक्र, अशांति, झगड़े, क्लेश। उपाद रोग वो ने जिहड़े बाहरों किस तों दुख प्राप्त हो जाण। हड़ आया, भूचाल आया, कुदरती आपदा आ गई, एक्सीडेंट हो गया, बाहरों मिलने वाले दुख। पर प्रभु का नाम ऐसा है कि तीने ताप निवारण हारा, दुख अंता सुख रास। तिना तापां दा नाश करदा है, सारे रोगां नूं खंड दिंदा है, सगलियन रोग खंडने। हुण प्रभु किवें रोग का खंडन करदा है, रोगां नूं किवें कटदा है, किवें कृपा करदा है? कोई तरकीब है? वो कृपा करदा किवें है? उहदी कृपा हासिल करनी होवे ते की करना पएगा? इहदा जवाब अगली तुक विच है। साध संगेन गुण रमत, नानक शरण पूर्ण परमेश्वर है। जे कोई मनुख साध संगत विच आ जाए, ते साध संगत विच भाव गुरु दी संगत विच आ जाए, गुरु साध दी संगत विच आ जाए, सतगुरु साधना सेविया हर भगत ना पाई। साधु सतगुरु जे मिले ता पाइए गुणी निधान। गुरु साधु की करदा है, गुणा दा खजाना प्रभु दिंदा है। साधु सतगुरु जे मिले ता पाइए गुणी निधान। गुणी निधान उदों प्राप्त किया जाता है जदों साधु सतगुरु मिल जाए। साध संगेण की हुंदा? गुण, फिर गुण आउंदे ने। गुरु की संगत विच आके रब्बी गुणा नाल जुड़ जाए। साध संगेण गुण रमत, भाव जदों साध संगत दे राही प्रभु के गुणा नूं रमिया जाता है, जदों प्रभु की सिफत सलाह की जाए, रब्बी गुणा नूं जीवन च धारण किया जाए। नानक भाव हे नानक, शरण पूर्ण परमेश्वर है, ते पूरे प्रभु का आसरा लिया जा सकता है। पूरे प्रभु की कृपा हासिल की जा सकती है। उहदी शरण विच उहदी नदर दे पात्र बनिया जा सकता है। किसी की नजर के पात्र ते उदों बनांगे जदों दी नजरां ते थल्ले आवांगे। ते जदों कोई गुरु की संगत विच आके रब्बी गुणा नाल सांझ पांदा है, प्रभु की शरण विच आंदा है, प्रभु की नजर का पात्र हो जाता है। रब्बी गुणा नाल सांझ पाया, जीवन के विकार, जीवन के रोग, जीवन के दुख, झगड़े, क्लेश मुक जाते हैं। बस उस प्रभु के नाल कोई सांझ पाए, साध संगेण गुण रमत, नानक शरण पूर्ण परमेश्वर है।
ਜੇ ਗੁਰੂ ਦੀ ਸੰਗਤ ਵਿੱਚ ਆ ਕੇ ਕੋਈ ਗੁਣਾਂ ਨੂੰ ਰਮੇ, ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਤੇ ਪ੍ਰਭੂ ਦੀ ਨਜ਼ਰ ਦਾ ਪਾਤਰ ਹੋ ਜਾਂਦਾ ਹੈ, ਪ੍ਰਭੂ ਦੀ ਕਿਰਪਾ ਦਾ ਪਾਤਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ, ਕੁਝ ਲੋਕ ਐਸੇ ਨੇ ਜਿਹੜੇ ਹੋ ਸਕਦਾ ਹੈ ਕਿ ਬਾਹਰੋਂ ਤੇ ਬੜੇ ਸੁੰਦਰ ਲੱਗਦੇ ਹੋਣ, ਬਾਹਰੋਂ ਮਿੱਠੇ ਬੋਲ ਬੋਲਦੇ ਹੋਣ, ਬਾਹਰੋਂ ਤੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਜਾਈਏ, ਪਰ ਜੀਵਨ ਉਹਨਾਂ ਦਾ ਕੁਝ ਵੱਖਰਾ ਹੋਵੇ, ਕੁਝ ਹੋਰ ਹੋਵੇ। ਕਿਵੇਂ? ਸਿਆਮਲੰ ਮਧੁਰ ਮਾਨੁਖਯੰ ਹਿਰਦਯੰ ਭੂਮ ਵੈਰਣੈ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨੈ। ਸਿਆਮਲੰ ਮਨੇ ਸੁੰਦਰ, ਮਨੋਹਰ, ਮਨ ਨੂੰ ਮੋਹ ਲੈਣ ਵਾਲੇ, ਮਧੁਰ ਮਿੱਠੇ ਬੋਲ ਬੋਲਣ ਵਾਲੇ ਮਿੱਠੇ ਲੋਕ। ਹਿਰਦਯੰ ਮਨੇ ਹਿਰਦਾ, ਭੂਮ ਮਨੇ ਧਰਤੀ, ਹਿਰਦਯੰ ਭੂਮ ਮਨੇ ਹਿਰਦੇ ਦੀ ਧਰਤੀ ਤੇ, ਵੈਰਣੇ ਮਨੇ ਦੁਸ਼ਮਣੀ, ਮਿਥਿਆ, ਮਿਥਿਆ ਮਨੇ ਝੂਠ, ਵਿਅਰਥ, ਚੇਤਨੰ ਮਨੇ ਹੁਸ਼ਿਆਰ, ਸਾਵਧਾਨ, ਅਵੇਅਰ, ਸਵਜਨੇ ਮਨੇ ਭਲੇ ਮਨੁੱਖ, ਚੰਗੇ ਮਨੁੱਖ। ਹੁਣ ਗੁਰੂ ਜੀ ਬਚਨ ਕਰ ਰਹੇ ਨੇ ਕਿ ਐਸਾ ਮਨੁੱਖ ਜਿਹੜਾ ਦੇਖਣ ਨੂੰ ਸੁੰਦਰ ਹੋਵੇ, ਸਿਆਮਲਨ, ਦੇਖਣ ਨੂੰ ਬੜਾ ਸੁੰਦਰ ਹੋਵੇ, ਆਪਣੇ ਆਪ ਨੂੰ ਸੋਹਣਾ ਸਵਾਰ ਕੇ ਸ਼ਿੰਗਾਰ ਕੇ ਰੱਖਿਆ ਹੋਵੇ, ਸੋਹਣਾ ਬਣਾ ਕੇ ਰੱਖਿਆ ਹੋਵੇ। ਵੈਸੇ ਅਸਲੀ ਸ਼ਿੰਗਾਰ ਤੇ ਪ੍ਰਭੂ ਨੇ ਕਰਕੇ ਭੇਜਿਆ, ਪ੍ਰਭੂ ਦਾ ਸ਼ਿੰਗਾਰ ਨਾ ਕੀਤਾ ਹੋਵੇ ਤੇ ਮਨੁੱਖ ਬਿਲਕੁਲ ਚੰਗਾ ਨਹੀਂ ਲੱਗੇਗਾ। ਮਨੁੱਖ ਦੇ ਸਰੀਰ ਦੇ ਅੰਦਰ ਕੀ ਨੇ? ਹੱਡੀਆਂ ਨੇ, ਮਿੱਝ ਹੈ, ਗੰਦਗੀ ਹੈ, ਕਿੰਨਾ ਕੁਛ ਅੰਦਰ। ਕਰਪੂਰ ਪੋਪ ਸੁਗੰਧਾ ਪਰਸ ਮਨੁੱਖੇ ਦੇਹ ਮਲਿਨੰ ਮਜਾ ਰੁਦਰ ਦੁਰਗੰਧਾ ਨਾਨਕ ਅੱਠ ਗਰਬੇਨ ਅਗਿਆਨਣੋ। ਅੰਦਰ ਮਿੱਝ ਹੈ, ਦੁਰਗੰਧੀ, ਹੱਡੀਆਂ, ਕਿੰਨਾ ਕੁਛ ਹੈ। ਇਹ ਮਨੁੱਖ ਇਹਦਾ ਹੰਕਾਰ ਕਰਦਾ ਹੈ। ਸ਼ੁਕਰ ਕਰ, ਮਾਲਕ ਨੇ ਤੈਨੂੰ ਸਿਰਫ ਬਣਾਇਆ ਨਹੀਂ, ਤੈਨੂੰ ਸਵਾਰਿਆ ਵੀ ਤੇ ਸ਼ਿੰਗਾਰਿਆ ਵੀ ਹੈ। ਉਸ ਪ੍ਰਭੂ ਨੇ ਇਸ ਹੱਡੀਆਂ, ਖੂਨ, ਮਿੱਝ, ਗੰਦਗੀ ਦੇ ਉੱਪਰ ਚਿੱਟੀ ਚਮੜੀ ਦਾ ਇੱਕ ਪੋਚਾ ਲਾ ਦਿੱਤਾ। ਉਹ ਜਿਹੜਾ ਚਿੱਟੀ ਚਮੜੀ ਦਾ ਪੋਚਾ ਹੈ ਨਾ, ਉਹਨੇ ਸਰੀਰ ਦੀ ਸਾਰੀ ਗੰਦਗੀ ਨੂੰ ਢੱਕ ਲਿਆ, ਬਦਸੂਰਤੀ ਨੂੰ ਢੱਕ ਲਿਆ। ਦੇਖਣ ਨੂੰ ਹੁਣ ਬੜਾ ਖੂਬਸੂਰਤ ਲੱਗਦਾ ਹੈ। ਚਮੜੀ ਦਾ ਪੋਚਾ ਹੋ ਗਿਆ, ਸਾਰਾ ਕੁਝ ਅੰਦਰ ਲੁਕ ਗਿਆ। ਜੇ ਇਹ ਚਿੱਟੀ ਚਮੜੀ ਨਾ ਹੋਵੇ ਤੇ ਜੋ ਕੁਝ ਸਾਡੇ ਅੰਦਰ ਸਾਨੂੰ ਨਜ਼ਰ ਆਉਂਦਾ ਹੋਵੇ ਤੇ ਬੰਦਾ ਆਪਣੇ ਆਪ ਵੱਲ ਦੇਖ ਕੇ ਰੋਟੀ ਵੀ ਨਾ ਖਾ ਸਕੇ। ਪਰ ਮਾਲਕ ਨੇ ਚਿੱਟੀ ਚਮੜੀ ਦਾ ਪੋਚਾ ਲਾ ਦਿੱਤਾ, ਉਹਨੇ ਸਜਾਇਆ ਵੀ, ਸਵਾਰ ਵੀ ਦਿੱਤਾ, ਫਿਰ ਸੋਹਣਾ ਸਵਾਰ ਦਿੱਤਾ ਕਿ ਇਹਦੀ ਗੰਦਗੀ ਅੰਦਰ ਢਕੀ ਰਹੇ। ਤੇ ਕੇਵਲ ਸਵਾਰਿਆ ਨਹੀਂ, ਸ਼ਿੰਗਾਰਿਆ ਵੀ ਬੜਾ ਵਧੀਆ, ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰ ਦਿੱਤਾ। ਅੱਖਾਂ, ਨੱਕ, ਕੰਨ, ਹੱਥ, ਪੈਰ ਬਿਲਕੁਲ ਥਾਂ ਟਿਕਾਣੇ ਸਿਰ ਲਾਏ। ਜੇ ਭਲਾ ਇੱਕ ਅੱਖ ਇੱਧਰ ਉੱਧਰ ਥੋੜੀ ਜਿਹੀ ਦੂਜੀ ਅੱਖ ਨਾਲੋਂ ਹੋ ਜਾਏ, ਦੋਨੋਂ ਅੱਖਾਂ ਬਰਾਬਰ ਨਾ ਹੋਣ, ਇੱਕ ਅੱਖ ਥੋੜੀ ਜਿਹੀ ਟੇਢੀ ਹੋ ਜਾਏ, ਬੰਦਾ ਦੇਖਣ ਨੂੰ ਕਿੰਨਾ ਬੁਰਾ ਲੱਗਦਾ ਹੈ। ਪਰ ਉਹਨੇ ਸ਼ਿੰਗਾਰਿਆ ਐਨ ਬਿਲਕੁਲ ਥਾਂ ਟਿਕਾਣੇ ਸਿਰ। ਮਨ ਨੂੰ ਨਾਪ ਤੋਲ ਕੇ ਅੱਖਾਂ ਲਗਾਈਆਂ, ਦੇਖਣ ਨੂੰ ਸੋਹਣਾ ਲੱਗੇ। ਨਾਪ ਤੋਲ ਕੇ ਬਿਲਕੁਲ ਸੈਂਟਰ 'ਚ ਨੱਕ ਲਗਾਇਆ। ਭਲਾ ਜੇ ਨੱਕ ਥੋੜਾ ਜਿਹਾ ਟੇਢਾ ਹੋਵੇ, ਇੱਕ ਪਾਸੇ ਨੂੰ ਹੋਵੇ, ਕਿੰਨਾ ਬੁਰਾ ਲੱਗੇ। ਜ਼ਿਆਦਾ ਛੋਟਾ ਹੋ ਜਾਏ, ਜ਼ਿਆਦਾ ਵੱਡਾ ਹੋ ਜਾਏ, ਮੋਟਾ ਨੱਕ ਹੋ ਜਾਏ ਤੇ ਕਿੱਦਾਂ ਦਾ ਲੱਗੇ। ਸ਼ਿੰਗਾਰਿਆ ਨਾ ਉਹਨੇ। ਬੰਦਾ ਸੋਚਦਾ ਮੈਂ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸੋਹਣਾ ਬਣ ਸਕਦਾ, ਪਰ ਜਿਹੜਾ ਪ੍ਰਭੂ ਨੇ ਸ਼ਿੰਗਾਰ ਕੀਤਾ, ਰੱਬ ਸ਼ਿੰਗਾਰ ਨਾ ਕਰਦਾ ਤੇ ਬਿਲਕੁਲ ਸੋਹਣਾ ਲੱਗਣਾ ਹੀ ਨਹੀਂ ਸੀ ਇਹਨੂੰ। ਅਸਲ ਸ਼ਿੰਗਾਰ ਤੇ ਰੱਬ ਨੇ ਕਰਕੇ ਭੇਜਿਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ। ਜਿਸ ਪ੍ਰਭੂ ਨੇ ਤੈਨੂੰ ਸਾਜਿਆ, ਸਭ ਤੋਂ ਪਹਿਲਾਂ ਬਣਾਇਆ ਸਰੀਰ ਨੂੰ, ਫਿਰ ਸਵਾਰਿਆ, ਅੰਦਰ ਦੀ ਗੰਦਗੀ ਨੂੰ ਢੁੱਕਣ ਵਾਸਤੇ ਬਾਹਰੋਂ ਚਿੱਟੀ ਚਮੜੀ ਦਾ ਪੋਚਾ ਲਾ ਦਿੱਤਾ, ਫਿਰ ਸ਼ਿੰਗਾਰਿਆ ਵੀ, ਅੱਖਾਂ, ਨੱਕ, ਕੰਨ ਥਾਂ ਟਿਕਾਣੇ ਸਿਰ ਰੱਖੇ ਤਾਂ ਕਿ ਦੇਖਣ ਨੂੰ ਬਦਸੂਰਤ ਨਾ ਲੱਗੇ, ਸੋਹਣਾ ਲੱਗੇ। ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਅਸਲ ਸ਼ਿੰਗਾਰ ਤੇ ਪ੍ਰਭੂ ਨੇ ਕੀਤਾ ਹੈ। ਕਿੰਨਾ ਸੁੰਦਰ ਬਣਾਇਆ। ਪਰ ਮਨੁੱਖ ਹੋਰ ਜਦੋਂ ਸੁੰਦਰ ਬਣਨਾ ਚਾਹੁੰਦਾ ਹੈ, ਫਿਰ ਆਪਣੇ ਸਰੀਰ ਦੇ ਉੱਪਰ ਸੋਹਣੇ ਸੋਹਣੇ ਕੱਪੜੇ ਪਹਿਨ ਲੈਂਦੇ ਨੇ। ਦੁਨੀਆ 'ਚ ਪਸ਼ੂ ਪੰਛੀ ਕਿੰਨੇ ਸੋਹਣੇ ਲੱਗਦੇ ਨੇ, ਮਨੁੱਖ ਵੀ ਇਸੇ ਤਰ੍ਹਾਂ ਸੀ। ਪਰ ਕੇਵਲ ਵਾਹਦ ਕਰੋੜਾਂ ਕਰੋੜਾਂ ਜੂਨਾਂ ਦੇ ਵਿੱਚੋਂ ਇੱਕ ਮਨੁੱਖ ਐਸਾ ਹੈ ਜਿਹਨੇ ਵਸਤਰ ਪਹਿਨੇ ਨੇ।
ਹੋਰ ਕਿਸੇ ਵੀ ਜੀਵ ਜੰਤੂ ਪਸ਼ੂ ਪੰਛੀ ਕਿਸੇ ਕੀੜੇ ਮਕੌੜੇ ਕਿਸੇ ਨੇ ਵੀ ਕੋਈ ਬਸਤਰ ਨਹੀਂ ਪਹਿਨੇ। ਸਾਰੀਆਂ ਜੂਨਾਂ ਵਿੱਚੋਂ ਇੱਕ ਮਨੁੱਖ ਐਸਾ ਜਿਹੜਾ ਬਸਤਰ ਪਹਿਨਦਾ ਹੈ ਸਰਦੀ ਗਰਮੀ ਤੋਂ ਬਚਣ ਵਾਸਤੇ, ਨੰਗੇਜ਼ ਢੱਕਣ ਵਾਸਤੇ ਤੇ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਵਾਸਤੇ। ਜਦੋਂ ਕੱਪੜਿਆਂ ਤੇ ਗੱਲ ਨਾ ਰੁਕੀ ਫਿਰ ਮੇਕਅਪ ਵੀ ਕਰਨਾ ਸ਼ੁਰੂ ਕੀਤਾ, ਕਿੰਨੀਆਂ ਪਾਊਡਰ ਕਰੀਮਾਂ, ਕਿੰਨਾ ਕੁਛ ਕੀਤਾ। ਇੱਥੇ ਵੀ ਗੱਲ ਨਹੀਂ ਰੁਕੀ, ਫਿਰ ਆਪਣੇ ਉੱਪਰ ਸੋਨੇ ਚਾਂਦੀ ਦੇ ਗਹਿਣੇ ਵੀ ਪਾ ਲਏ, ਹੋਰ ਸਜਾਇਆ। ਤੇ ਗੁਰਬਾਣੀ ਸਤਿਗੁਰੂ ਨੇ ਕਿਹਾ ਸੀ ਜਿਹਦੀ ਕਿਰਪਾ ਨਾਲ ਤੂੰ ਸੋਹਣੇ ਗਹਿਣੇ ਪਹਿਨਦਾ ਨਾ ਉਹਦਾ ਸ਼ੁਕਰ ਕਰ ਲਿਆ ਕਰ। ਜੇ ਪ੍ਰਸਾਦ ਆਪ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਸੋਹਣਾ ਤੇ ਬੜਾ ਬਣ ਰਿਹਾ ਹੈ, ਸਰੀਰ ਦੀ ਸਜਾਵਟ ਤੇ ਬੜੀ ਕਰ ਰਹੇ। ਕਈ ਵਾਰ ਮਨੁੱਖ ਆਪਣੀ ਸਾਰੀ ਜ਼ਿੰਦਗੀ ਆਪਣੇ ਸਰੀਰ ਦੇ ਦੁਆਲੇ ਬਤੀਤ ਕਰ ਲੈਂਦਾ ਹੈ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪੇ ਤੱਕ ਸਿਰਫ ਤਨ ਨੂੰ ਹੀ ਦੇਖਦਾ ਹੈ। ਬੁੱਢੇ ਹੋਣ ਤੱਕ ਤਨ ਹੀ ਦੇਖਦਾ ਰਹਿੰਦਾ ਹੈ ਤੇ ਤਨ ਦੇਖਦਾ ਹੈ, ਸਮਝ ਲਓ ਜ਼ਿੰਦਗੀ 'ਚ ਕੱਖ ਵੀ ਨਹੀਂ ਕੀਤਾ। ਸਾਰੀ ਜ਼ਿੰਦਗੀ ਮਿੱਟੀ ਦੇਖੀ। ਕਾਚੀ ਦੇ ਮੋਹ ਫੁਨ ਬੰਦੀ, ਕੱਚੀ ਦੇਹੀ ਦੇਖੀ ਤੇ ਮੋਹ 'ਚ ਬੰਨਿਆ ਪਿਆ ਹੈ ਦੇਹੀ ਦੇ। ਔਰ ਹੰਕਾਰ ਕਰਦਾ ਰਿਹਾ ਕਿ ਮੇਰਾ ਸਰੀਰ, ਜਿਹਨੂੰ ਗੁਰਬਾਣੀ ਨੇ ਕਿਹਾ ਸੀ ਬਿਸਟਾ ਅਸਤ ਰਕਤ ਪਲੇਟੇ ਚਾਮ, ਇਸ ਉੱਪਰ ਲੈ ਰੱਖਿਓ ਗੁਮਾਨ। ਜਿਹੜਾ ਸਰੀਰ ਹੱਡੀਆਂ, ਰਕਤ, ਬਿਸਟਾ, ਗੰਦਗੀ ਨੂੰ ਚਮੜੀ ਨਾਲ ਢਕੀ ਬੈਠਾ ਹੈ, ਇਹਦੇ ਉੱਪਰ ਹੰਕਾਰ। ਕੇਵਲ ਤਨ ਨੂੰ ਦੇਖਦਾ ਹੈ ਤੇ ਤਨ ਨੂੰ ਦੇਖਦਿਆਂ ਆਪਣੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ। ਇਸੇ ਤਰ੍ਹਾਂ ਇਹਦੀ ਜ਼ਿੰਦਗੀ ਗੁਜ਼ਰਦੀ ਜਾਂਦੀ ਹੈ। ਭਾਵ ਤਨ ਦੇਖ ਦੇਖ ਕੇ ਤਨ ਦੇ ਨਾਲ ਹੀ ਜੁੜਿਆ ਰਹਿੰਦਾ ਹੈ, ਸਾਰਾ ਜੀਵਨ ਇਸ ਤਰ੍ਹਾਂ ਕੱਢ ਲੈਂਦਾ ਹੈ। ਔਰ ਜਿਵੇਂ ਜਿਵੇਂ ਬੁਢਾਪਾ ਹੁੰਦਾ ਹੈ ਤਨ ਸੁੰਗੜ ਜਾਂਦਾ ਹੈ, ਤਨ ਸੁੰਗੜਦਾ ਜਾਂਦਾ ਹੈ, ਕੱਦ ਵੀ ਛੋਟਾ ਹੋ ਜਾਂਦਾ ਹੈ, ਚਮੜੀ ਢਲਕ ਜਾਂਦੀ ਹੈ, ਝੁਰੜੀਆਂ ਪੈ ਜਾਂਦੀਆਂ ਨੇ। ਤਨ ਬੁੱਢਾ ਹੋ ਕੇ ਸੁੰਗੜਦਾ ਹੈ ਤੇ ਮਨ ਫੈਲਦਾ ਹੈ। ਬਿਲਕੁਲ ਉਲਟ ਗੱਲ ਹੈ। ਜਿਵੇਂ ਜਿਵੇਂ ਤਨ ਸੁੰਗੜਦਾ ਹੈ ਉਵੇਂ ਉਵੇਂ ਮਨ ਫੈਲਦਾ ਚਲਾ ਜਾਂਦਾ ਹੈ। ਨਮਸਕਾਰ ਹੈ ਉਹਨਾਂ ਦੇ ਚਰਨਾਂ ਤੇ ਜਿਨ੍ਹਾਂ ਦਾ ਮਨ ਤਨ ਦੇ ਸੁੰਗੜਨ ਤੋਂ ਪਹਿਲਾਂ ਹੀ ਸੁੰਗੜ ਗਿਆ, ਜਿਨ੍ਹਾਂ ਦੇ ਵਿਕਾਰ ਸੁੰਗੜ ਗਏ, ਜਿਨ੍ਹਾਂ ਦੀਆਂ ਵਾਸਨਾਵਾਂ ਸੁੰਗੜ ਗਈਆਂ, ਖਤਮ ਹੋ ਗਈਆਂ। ਸ਼ਾਮ ਦਾ ਵੇਲਾ ਹੁੰਦਾ ਬਿਸਤਰਾ ਵਿਛਾਉਣ ਦਾ, ਪਰ ਸਵੇਰ ਦਾ ਸਮਾਂ ਬਿਸਤਰਾ ਇਕੱਠਾ ਕਰਨ ਦਾ ਹੁੰਦਾ ਹੈ। ਜ਼ਿੰਦਗੀ ਦੀ ਰਾਤ ਗੁਜ਼ਰ ਗਈ, ਹੁਣ ਤੇ ਬਿਸਤਰਾ ਇਕੱਠਾ ਕਰਨਾ ਸੀ, ਅਜੇ ਵੀ ਬਿਸਤਰਾ ਫੈਲਾਈ ਬੈਠਾ ਹੈ, ਫਿਰ ਗੜਬੜ ਹੋ ਜਾਂਦੀ ਹੈ। ਮੋਹ 'ਚ ਫਸਿਆ ਹੈ, ਤਨ ਦੇ ਉੱਪਰ ਫਸਿਆ ਹੈ ਔਰ ਤਨ ਦੇ ਨਾਲ ਹੀ ਧਿਆਨ ਕਰਦਾ ਰਿਹਾ, ਔਰ ਨਤੀਜਾ ਸਿਆਮਲੰਗ, ਸੁੰਦਰ ਬੜਾ ਲੱਗਦਾ ਹੈ, ਆਪਣੇ ਆਪ ਨੂੰ ਖੂਬਸੂਰਤ ਬਣਾਇਆ। ਯਾਦ ਰੱਖਿਓ, ਅਸੀਂ ਕਈ ਵਾਰੀ ਦੂਜੇ ਦੇ ਤਨ, ਦੂਜੇ ਦੇ ਸਰੀਰ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਹਾਂ। ਕਾਸ਼ ਅਸੀਂ ਵੀ ਇਸ ਤਰ੍ਹਾਂ ਹੋ ਜਾਈਏ। ਸਰੀਰ ਨੂੰ ਫਿੱਟ ਰੱਖਣਾ ਚਾਹੀਦਾ ਹੈ, ਸੁੰਦਰ ਬਣਾ ਕੇ ਰੱਖਣਾ ਚਾਹੀਦਾ ਹੈ, ਇਹ ਨਹੀਂ ਕਿ ਨਹੀਂ। ਪਰ ਜਦੋਂ ਮਨੁੱਖ ਦੀ ਜ਼ਿੰਦਗੀ ਦਾ ਸਾਰਾ ਮਕਸਦ ਇਹੀ ਰਹਿ ਜਾਏ ਕਿ ਤਨ ਹੀ ਸੁੰਦਰ ਹੋਵੇ, ਖਾਸ ਕਰਕੇ ਲੋਕ ਫਿਲਮੀ ਸਟਾਰਸ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋ ਜਾਂਦੇ ਨੇ। ਅਸੀਂ ਪ੍ਰਭਾਵਿਤ ਹੁੰਦੇ ਹਾਂ ਫਿਲਮਾਂ ਨੂੰ ਦੇਖ ਕਿ ਫਲਾਣੀ ਹੀਰੋ ਵਰਗੀ ਬੋਡੀ ਹੋਵੇ, ਜਿਮ ਜਾਓ, ਇਹ ਕਰੋ। ਹੁਣ ਬਾਹਰੋਂ ਬੋਡੀ ਤੇ ਬਿਲਕੁਲ ਠੀਕ ਕਰ ਲਈ, ਪਰ ਅੰਦਰ ਕਿੰਨਾ ਕੁ ਫਰਕ ਪਿਆ, ਇੰਟਰਨਲ ਕਿੰਨਾ ਕੁ ਫਰਕ ਹੈ। ਜਿਹੜੀ ਪਰਫੈਕਸ਼ਨ ਹੈ ਨਾ, ਇਹ ਸਿਰਫ ਮੂਵੀਜ਼ 'ਚ ਮਿਲਦੀ ਹੈ, ਨਿੱਜੀ ਜ਼ਿੰਦਗੀ 'ਚ ਨਹੀਂ ਮਿਲਦੀ। ਉਹਨਾਂ ਦੇ ਨਿੱਜੀ ਸਰੀਰਾਂ ਵਿੱਚ ਵੀ ਕਿੰਨੇ ਹੀ ਔਗੁਣ ਹੋ ਸਕਦੇ। ਬਾਹਰੀ ਲੁੱਕ ਦੀ ਬਜਾਏ ਤੁਸੀਂ ਕੀ ਹੋ, ਇਸ ਗੱਲ ਤੇ ਸਾਡੀ ਖੂਬਸੂਰਤੀ ਨਿਰਭਰ ਕਰਦੀ ਹੈ। ਖੜੇ ਕਿੱਥੇ ਆ, ਕਿੰਨਾ ਕੁ ਕਿਸੇ ਗੁਣ ਦਾ ਵਿਕਾਸ ਕੀਤਾ ਜ਼ਿੰਦਗੀ 'ਚ, ਕਿੰਨਾ ਕੁ ਵਿਕਾਸ ਕੀਤਾ, ਕਿੰਨੇ ਕੁ ਗੁਣ ਪੈਦਾ ਕੀਤੇ ਨੇ। ਜੇ ਫਿਲਮਾਂ ਵੱਲ ਦੇਖ ਕੇ ਕਈ ਵੀ ਸ਼ਾਇਦ ਤਾਂ ਹੀ ਸੁੰਦਰ ਬੋਡੀ, ਕਈ ਐਸੇ ਵੀ ਫਿਲਮਾਂ 'ਚ ਐਕਟਰ ਹੁੰਦੇ ਨੇ ਜਿਹੜੇ ਸੁੰਦਰ ਨਹੀਂ। ਹੁਣ ਜੀ ਰਾਜਪਾਲ ਯਾਦਵ ਆਪਣੇ ਆਪ ਨੂੰ ਐਕਸੈਪਟ ਨਾ ਕਰੇ, ਉਹ ਬਣਨਾ ਚਾਹੇ ਸਲਮਾਨ ਖਾਨ ਦੀ ਤਰ੍ਹਾਂ ਲੁੱਕ ਵਾਈਜ਼ ਵੀ, ਅਮਿਤਾਭ ਦੀ ਤਰ੍ਹਾਂ ਹਾਈਟ ਵਾਈਜ਼ ਬਣਨਾ ਚਾਹੇ, ਕੀ ਹੋਏਗਾ, ਨਹੀਂ ਬਣ ਸਕੇਗਾ। ਰਾਜਪਾਲ ਯਾਦਵ ਗਵਾਚ ਜਾਏਗਾ। ਪਰ ਹਾਂ, ਜਦੋਂ ਆਪਣੀ ਪਰਫਾਰਮੈਂਸ ਦੇਖਦਾ ਹੈ, ਆਪਣੇ ਆਪ ਨੂੰ ਦੂਜੇ ਨਾਲ ਮੁਕਾਬਲਾ ਨਹੀਂ ਕਰਦਾ, ਕੰਪੇਅਰ ਨਹੀਂ ਕਰਦਾ, ਉਦੋਂ ਦਾ ਗੁਣ ਪ੍ਰਗਟ ਹੋ ਜਾਂਦਾ, ਕਾਮੇਡੀ ਦਾ ਜ਼ਿਆਦਾ ਸੁੰਦਰ ਹੋ ਜਾਂਦਾ। ਗੱਲ ਇਹ ਨਹੀਂ ਕਿ ਸਰੀਰ ਕਰਕੇ ਮਨੁੱਖ ਖੂਬਸੂਰਤ ਹੋਵੇ, ਗੱਲ ਇਹ ਹੈ ਕਿ ਗੁਣਾ ਕਰਕੇ ਕਿੰਨਾ ਖੂਬਸੂਰਤ ਹੈ। ਸਿਆਮਲੰਗ ਭਾਵ ਸੁੰਦਰ, ਮਨੋਹਰ,
मन नूं मोह लैण वाला, खूबसूरत। पहला शब्द ही है श्यामलंग, ते दूजा शब्द है मधुर। मधुर मैंने मिठा, मिठा भी बहुत होवे। हुण मिठा होना, मिठ बोलना होना, मिठा बोलना सारा कुछ नहीं है। मिठी तो जलेबी भी बड़ी हुंदी है। जलेबी दा नां लिया मूंह च पानी आ जांदा है। साडा पंजाबियां दा खास खाना है, स्पैशल डिश है साडी। जलेबी होवे गरम गरम, मूंह च पानी आ जांदा है। हुण जलेबी मिठी ते बड़ी है, पर ਉਹਦੇ ਚ ਵਿੰਗ ਵੱਲ ਬੜੇ ਨੇ। ਐਸੀ ਜਲੇਬੀ ਦਾ ਕੀ ਫਾਇਦਾ? ਦੂਜੇ ਪਾਸੇ ਡੰਡਾ, ਉਹ ਮਿੱਠਾ ਤਾਂ ਨਹੀਂ ਹੁੰਦਾ, ਵਿੰਗ ਵੱਲ ਪਲ ਕੋਈ ਨਹੀਂ ਹੁੰਦੇ, ਬਿਲਕੁਲ ਸਿੱਧਾ ਹੁੰਦਾ ਹੈ। ਇਹ ਮਨੁੱਖ ਜਲੇਬੀ ਵਾਂਗੂ ਵਿੰਗ ਵੱਲ ਛੱਡਦੇ ਆਪਣੇ। ਡੰਡੇ ਦੀ ਤਰ੍ਹਾਂ ਸਿੱਧਾ ਹੋ ਜਾ, ਅੰਦਰੋਂ ਬਾਹਰੋਂ ਇੱਕ ਹੋ ਜਾ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਦਾ ਭਾਵ ਨਹੀਂ ਲੰਮਾ ਪੈ ਕੇ ਮੱਥਾ ਟੇਕੀ ਜਾਏ, ਡੰਡੌਤ ਡੰਡੇ ਵੱਤ, ਡੰਡੇ ਵਾਂਗੂ ਸਿੱਧਾ ਹੋ ਜਾ, ਇਹ ਭਲੇ ਦਾ ਕੰਮ ਹੈ। ਕਰ ਡੰਡੌਤ ਪੁੰਨ ਵੱਡਾ ਹੈ, ਇਹ ਵੱਡਾ ਪੁੰਨ ਹੈ। ਅੰਦਰੋਂ ਬਾਹਰੋਂ ਇੱਕ ਹੋ ਜਾਏ, ਇੱਕ ਸਾਰਤਾ ਆ ਜਾਏ। ਪਰ ਜੇ ਅੰਦਰੋਂ ਦੁਸ਼ਮਣੀ, ਹਿਰਦੇ ਦੀ ਜ਼ਮੀਨ ਦੇ ਉੱਪਰ ਵੈਰ ਪੈਦਾ ਹੋਵੇ, ਬਾਹਰੋਂ ਤੇ ਮਿੱਠਾ ਬੋਲਦਾ ਹੋਵੇ। ਇਹੀ ਕਾਰਨ ਗੁਰੂ ਨਾਨਕ ਸਾਹਿਬ ਜੀ ਨੇ ਦੋ ਗੁਣ ਇਕੱਠੇ ਕਹੇ ਨੇ ਕਿ ਜਿੰਨੇ ਵੀ ਗੁਣ ਜੀਵਨ ਚ ਧਾਰਨ ਕਰਨੇ ਹੋਣ, ਸਿਰਫ ਦੋ ਗੁਣ ਧਾਰਨ ਕਰ ਲਓ, ਸਾਰੇ ਆ ਜਾਣਗੇ। ਸਾਰਿਆਂ ਗੁਣਾਂ ਚੰਗਿਆਈਆਂ ਦਾ ਸਾਰ ਹੈ ਮਿੱਠਾ ਬੋਲਣਾ ਤੇ ਨਿਮਰਤਾ ਰੱਖਣੀ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜ਼ੁਬਾਨ ਤੋਂ ਮਿੱਠਾ, ਅੰਦਰੋਂ ਨਿਮਰਤਾ। ਇਹ ਨਾ ਹੋਵੇ ਕਿ ਜ਼ੁਬਾਨ ਤੋਂ ਤੇ ਮਿੱਠਾ ਹੋਵੇ ਪਰ ਅੰਦਰੋਂ ਛਲ ਕਪਟ ਹੋਵੇ, ਨਿਮਰਤਾ ਨਾ ਹੋਵੇ, ਅੰਦਰੋਂ ਘਮੰਡੀ ਹੋਵੇ, ਹੰਕਾਰੀ ਹੋਵੇ। ਇਹ ਵੀ ਨਾ ਹੋਵੇ ਅੰਦਰ ਤੇ ਨਿਮਰਤਾ ਹੋਵੇ ਪਰ ਬਾਹਰੋਂ ਲੋਕਾਂ ਨੂੰ ਬੁਰਾ ਭਲਾ ਕਹਿੰਦਾ ਹੋਵੇ। ਦੋਨੋਂ ਚੀਜ਼ਾਂ ਇਕੱਠੀਆਂ ਚਾਹੀਦੀਆਂ ਨੇ। ਪਰ ਐਸਾ ਮਨੁੱਖ ਜਿਹੜਾ ਜ਼ੁਬਾਨ ਤੋਂ ਤੇ ਮਿੱਠਾ ਹੈ ਪਰ ਹਿਰਦੇ ਦੀ ਜ਼ਮੀਨ ਦੇ ਵਿੱਚ, ਦਿਲ ਦੀ ਜ਼ਮੀਨ ਤੇ ਉਹਨੇ ਦੁਸ਼ਮਣੀ ਬੀਜੀ ਹੋਵੇ। ਸਿਆਮਲੰ ਮਧੁਰ ਮਨੁੱਖਿੰ ਹ੍ਰਿਦਿੰ ਭੂੰ ਬੈਰਣੇ। ਬਾਹਰੋਂ ਸੁੰਦਰ ਹੋਵੇ, ਬਾਹਰੋਂ ਮਿੱਠਾ ਬੋਲਦਾ ਹੋਵੇ ਪਰ ਦਿਲ ਦੀ ਜ਼ਮੀਨ ਦੇ ਉੱਪਰ ਛਲ ਕਪਟ ਹੋਵੇ। ਦੇਖੋ, ਵਿਆਹ ਤੋਂ ਪਹਿਲਾਂ ਜਦੋਂ ਰਿਸ਼ਤੇ ਹੁੰਦੇ ਨੇ ਤੇ ਬੱਚਾ ਬੱਚੀ, ਲੜਕਾ ਲੜਕੀ ਇੱਕ ਦੂਜੇ ਨਾਲ ਕਿੰਨਾ ਮਿੱਠਾ ਬੋਲਦੇ ਨੇ, ਇੱਕ ਦੂਜੇ ਨੂੰ ਸੋਹਣਾ ਬਣ ਕੇ ਦਿਖਾਉਂਦੇ ਨੇ। ਹੁਣ ਸੋਹਣਾ ਬਣ ਕੇ ਮਿੱਠੇ ਬੋਲ ਬੋਲ ਕੇ ਦੂਜੇ ਨੂੰ ਪ੍ਰਭਾਵਿਤ ਕਰ ਲਿਆ, ਵਿਆਹ ਕਰਾ ਲਿਆ, ਪਰ ਜੇ ਜੀਵਨ ਸਾਥੀ ਵਿਆਹ ਤੋਂ ਬਾਅਦ ਤੁਹਾਡੀ ਬਾਤ ਨਾ ਪੁੱਛੇ, ਤੁਹਾਡੇ ਸੁੱਖ ਦੁੱਖ 'ਚ ਸ਼ਾਮਲ ਨਾ ਹੋਵੇ, ਫਿਰ ਐਸੀ ਖੂਬਸੂਰਤੀ ਨੂੰ ਕੀ ਕਰਨਾ ਹੈ? ਪਤਾ ਲੱਗੇ ਵੀ ਜਿਸ ਲੜਕੇ ਨੂੰ ਸੋਹਣਾ ਸਮਝ ਕੇ ਉਹਦੇ ਨਾਲ ਵਿਆਹ ਕੀਤਾ ਸੀ, ਉੱਤੇ ਨਸ਼ਾ ਕਰਦਾ, ਉੱਤੇ ਨਸ਼ਿਆਂ 'ਚ ਫਸਿਆ ਹੋਇਆ, ਕੀ ਕਰਨਾ ਐਸੀ ਖੂਬਸੂਰਤੀ? ਭੁਲੇਖਾ ਹੀ ਹੈ ਨਾ। ਜਾਂ ਬਾਹਰਲੀ ਸੁੰਦਰਤਾ ਨੂੰ ਕਈ ਵਾਰ ਅਸੀਂ ਸਮਝ ਕੇ ਭੁਲੇਖਾ ਖਾ ਜਾਂਦੇ ਹਾਂ, ਸ਼ਾਇਦ ਇਹਦਾ ਦਿਲ ਵੀ ਇੰਨਾ ਹੀ ਸੁੰਦਰ ਹੋਏਗਾ। ਜ਼ਰੂਰੀ ਨਹੀਂ, ਜ਼ਰੂਰੀ ਨਹੀਂ ਇਸ ਤਰ੍ਹਾਂ। ਦੇਖੋ, ਇੱਕ ਹੁੰਦੀ ਕਸ਼ਿਸ਼, ਇੱਕ ਹੁੰਦਾ ਪ੍ਰੇਮ। ਪ੍ਰੇਮ ਤੇ ਇੱਕ ਹੋਸ਼ੀ ਕਸ਼ਿਸ਼ ਵਿੱਚ ਫਰਕ ਹੁੰਦਾ ਹੈ। ਦੂਜਾ ਬੰਦਾ ਬਾਹਰੋਂ ਸੋਹਣਾ ਲੱਗਣ ਲੱਗ ਪਿਆ, ਇੱਕ ਅਲੱਗ ਚੀਜ਼ ਹੈ, ਪਰ ਉਹਦੇ ਗੁਣ ਕਿਹੜੇ ਨੇ? ਗੁਣ ਹੈ ਕਿ ਨਹੀਂ? ਜੇ ਗੁਣ ਨਹੀਂ ਤੇ ਬਾਹਰਲਾ ਸੁੰਦਰ ਹੋਣਾ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਪਰ ਹਾਂ, ਜੇਕਰ ਬਾਹਰੋਂ ਤੇ ਖੂਬਸੂਰਤੀ ਹੋਵੇ, ਅੰਦਰੋਂ ਵੀ ਦਿਲ ਖੂਬਸੂਰਤ ਹੋਵੇ, ਫਿਰ ਤੇ ਚੱਲ ਸਕਦਾ ਹੈ। ਪਰ ਯਾਦ ਰੱਖੋ, ਬਾਹਰਲੀ ਸੂਰਤ ਸਦਾ ਨਹੀਂ ਰਹਿੰਦੀ, ਅੰਦਰ ਦੀ ਸੀਰਤ ਹਮੇਸ਼ਾ ਰਹਿੰਦੀ ਹੈ। ਬਾਹਰੋਂ ਮਨੁੱਖ ਸੁੰਦਰ ਹੋਵੇ, ਮਿੱਠਾ ਬੋਲਦਾ ਹੋਵੇ, ਪਰ ਜੇ ਦਿਲ 'ਚ ਛਲ ਕਪਟ ਹੋਵੇ, ਸਿਆਮਲੰ ਮਧੁਰ ਮਨੁੱਖਿੰ ਹ੍ਰਿਦਿੰ ਭੂੰ ਬੈਰਣੇ, ਅੰਦਰ ਵੈਰ ਦੀ ਭਾਵਨਾ ਹੋਵੇ, ਫਿਰ ਬਾਹਰਲੀ ਸੁੰਦਰਤਾ, ਬਾਹਰਲੇ ਮਿੱਠੇ ਬੋਲ ਕਿਸੇ ਵੀ ਕੰਮ ਦੇ ਨਹੀਂ, ਫਿਰ ਕਿਸੇ ਕੰਮ ਦੇ ਨਹੀਂ। ਸੁਕਰਾਤ ਬਹੁਤ ਚੋਟੀ ਦਾ ਫਿਲਾਸਫਰ ਹੋਇਆ, ਇੰਨਾ ਚੋਟੀ ਦਾ ਫਿਲਾਸਫਰ ਕਿ ਜੇ ਅੱਜ ਕਿਸੇ ਨੂੰ ਸਿਆਣਾ ਕਹਿਣਾ ਹੋਵੇ, ਸੁਕਰਾਤ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਕੋਈ ਸਿਆਣੀ ਗੱਲ ਕਰੇ, ਲੋਕ ਕਹਿੰਦੇ ਨੇ ਵਾਹ ਬੜਾ ਸੁਕਰਾਤ ਹੈ ਤੂੰ ਤੇ। ਸੁਕਰਾਤ ਨੂੰ ਸਿਆਣਾ ਮੰਨਿਆ ਗਿਆ।
और सुकरात एक ऐसा फिलोसफर है जिन्हें अपनी जिंदगी च एक अखर भी नहीं लिखिया, एक अखर भी ज्ञान का लिख के छुपाया नहीं, एक अखर भी नहीं लिखिया। हाँ, ਉਹਦੀ मौत तो बाद ਉਹਦੇ शिष्य ने प्लेटो ने सुकरात ਦੀਆਂ ਸਿੱਖਿਆਵਾਂ ਨੂੰ ਲਿਖ ਕੇ ਦੁਨੀਆ ਭਰ ਚ ਪ੍ਰਚਾਰਿਆ। ਤੇ ਉਹ ਸੁਕਰਾਤ ਦੇ ਜੀਵਨ ਦੀ ਘਟਨਾ ਬੜੀ ਪਿਆਰੀ है, ਤੇ बड़ा विद्वान सियाणा पर बदसूरत बड़ा सी, खूबसूरत नहीं सी, शक्ल अच्छी नहीं सी, देखने ਨੂੰ बदसूरत। एक दिन वो अपने कमरे च बैठा होया ते कमरे च शीशे च अपना चेहरा देख रहा सी। ਉਹਦਾ एक स्टूडेंट कमरे च दाखिल होया, ਉਹਨੇ देखा कि सुकरात शीशा देख रहा है, ਉਹਨੂੰ कुछ अजीब लग्या, थोड़ा अजीब लग्या उस स्टूडेंट ਨੂੰ, पर बोलिया कुछ नहीं, सिर्फ मुस्कुरा पिया। सुकरात ने ਉਹਨੂੰ मुस्कुरांदियां देख लिया ते समझ गए। ते सुकरात कुछ देर बाद बोले उस चेले ਨੂੰ, स्टूडेंट ਨੂੰ, मैं तेरी स्माइल करन दा मतलब समझ रहा वां, शायद तू यही सोच रहा है ना कि मेरे वर्गा बदसूरत इंसान शीशा क्यों देख रहा है। वो स्टूडेंट कुछ बोलिया नहीं, पर ਉਹਦਾ सिर शर्म नाल झुक गया। सुकरात फिर बोलिया, शायद तू जानदा नहीं कि मैं शीशा क्यों देखदा हां। वो कहने लगा, नहीं सर। सुकरात कहने लगा, मैं इस करके शीशा देखदा क्योंकि मैं बदसूरत हां। ਜਦੋਂ मैं आईना देखा, शीशा देखा ते मैनूं अपनी बदसूरती का ज्ञान हो जाता है। मैं अपनी लुक देखदा, अपनी बदसूरती देखदा, मैं अपनी बदसूरती नूं जानदा हां। इस करके मैं रोज शीशा देखदा ते रोज शीशा देख के मैं कोशिश करदा वां कि मैं चंगे काम करां ताकि मेरी बदसूरती ढक जाए, लोग मेरे चेहरे की करूपता वाल ध्यान ही ना देण, मेरे चंगे कामां नूं देखण लग जाण। मैं रोज इस करके शीशा देखदा ताकि मैनूं मेरी बदसूरती पता लग जाए ते मैं चंगे काम करां ताकि मेरी बदसूरती चंगे कामां थल्ले ढक जाए। हुण स्टूडेंट नूं ये गल्लां बड़ियां ज्ञान वालियां लगियां। उन्हें अपने एक डाउट किया कि सर फिर तुहाडे इस दलील के मुताबिक जिहड़े सोहणे लोग ने उन्हां नूं तां शीशा देखना ही नहीं चाहिए। सुकरात कहने लगा, नहीं नहीं, ये गल नहीं, खूबसूरत लोगों नूं भी शीशा जरूर देखना चाहिए ताकि उन्होंने ध्यान रहे कि वो जिन्ने सोहणे दिसदे ने उन्ने सोहणे काम कर रहे ने, जिन्ने सोहणे बाहरों दिसदे ने उन्ने सुंदर भी काम करन, किते ना होवे कि बुरे काम उन्हां दी खूबसूरती नूं ढक देण ते उहदा रिजल्ट किते ना होवे कि वो बुरे काम उन्हां नूं बदसूरत बना देण। बस सुकरात की गल सुन के स्टूडेंट नूं असल च खूबसूरती का रहस्य पता लग गया। वो अपने मैंटोर दे के झुक गया, अपने गुरु दे के नतमस्तक हो गया। असल खूबसूरती मन दी है, तन दी सिर्फ तन तक रहिंदी सीमित। याद रखियो, तन दी खूबसूरती सिर्फ तन तक सीमित रहिंदी है, पर मन दी खूबसूरती दूर दूर तक सुगंध फैला देती है। मन की खूबसूरती देशों विदेशों च पहुंच जाती है। सुनने ते अच्छा लगता है, पर आम तौर पर नॉर्मली असी किसी इंसान की बाहरली खूबसूरती देख के अट्रैक्ट हो जाते हैं ते सोचते हैं कि जिन्ना सोहना है बाहरों नजर आता है, अंदरों भी उन्ना सोहना होता है। पर हुंदा की है, बहुत सारे लोग इस बारे वास्ते एक्सपीरियंस ने। गुरु जी ने इसे करके बाणी च पहला ही कह दिता, कहने लगे हो सकता है बंदा बाहरों सोहना होवे, बाहरों मिठा भी बोलदा होवे, परख लियो, ਐਵੇਂ ਪਿੱਛੇ ਨਾ ਤੁਰ ਪਿਓ। ਸੁਣ ਮੁੰਦੇ ਹਰਨਾਖੀਏ, ਗੂੜਾ ਵੈਣ ਅਪਾਰ, ਪਹਿਲਾਂ ਵਸ ਸਿਆਣ ਕੇ ਤਾਂ ਕੀਚੇ ਵਪਾਰ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ, ਚਿਤ ਦੋਹੀ ਸੱਜਣ ਮਿਲਣ ਲੋ ਮੁੰਦੇ ਵਿਚਾਰ। ਪਰਖ ਲਿਓ, ਦੇ ਲੰਮੀ ਨਜ਼ਰ ਨੇ ਹਾਲੀ ਹੈ, ਦੂਰ ਦੀ ਸੋਚ ਕੇ ਪਰਖ ਲਿਓ। ਕੋਈ ਮਨੁੱਖ ਸੁੰਦਰ ਹੋਵੇ, ਕੋਈ ਮਨੁੱਖ ਮਿੱਠ ਬੋਲਾ ਹੋਵੇ, ਸਿਆਮਲੰਗ ਮధుਰ ਮਨੁੱਖਿਅੰ, पर हो सकता है हृदयं भूम वैरण है, ਉਹਦੀ दिल की जमीन ਦੇ ਵਿੱਚ दुश्मनी ਹੋਵੇ, वैर ਹੋਵੇ, ਉਹਦੀ दिल की जमीन ਤੇ छल कपट ਹੋਵੇ, ਉਹਦੀ दिल की जमीन ਦੇ ਉੱਪਰ वैर विरोधता भरी होवे, धोखा भरिया होवे। इस करके जे अंदर गुण नहीं ते बाहरली खूबसूरती किसी काम नहीं। पर हाँ,
जे अंदर शुभ गुण आ जाते ने बाहरों सोहने लगन लग जाइए। सोहने बनने के बड़े तरीके ने, मिठा बोलना, खुशी वंडनी, आनंद वंडना, हत्थां नाल चंगे कर्म करने, दुनिया का सहयोग करना सानू खूबसूरत कर दिंदा है। होर कुछ नहीं, बंदा मुस्कुरा ही दे ना ते सोहना लगन लग जाता है। जो फोटोग्राफर फोटो खिंचदा है ना, उदे एक गल कहंदा कि स्माइल प्लीज, क्यों? ਅਸੀਂ सिर्फ 5-10 ਸੈਕਿੰਡ ਸਮਾਈਲ ਕਰਦੇ ਆ, ਉਹ ਫੋਟੋ ਖਿੱਚ ਦਿੰਦਾ ਹੈ। ਕਿਉਂ ਕਹਿੰਦਾ ਸਮਾਈਲ ਪਲੀਜ਼? ਕਿਉਂਕਿ ਉਹਨੂੰ ਪਤਾ ਹੈ ਮੁਸਕਰਾਉਣ ਦੇ ਨਾਲ ਚਿਹਰਾ ਸੋਹਣਾ ਲੱਗਦਾ ਹੈ। ਅਸੀਂ 8-10 ਕੁ ਸੈਕਿੰਡ ਸਮਾਈਲ ਕਰਦੇ ਆ, ਮੁਸਕਰਾਉਂਦੇ ਆ, ਸੋਹਣੇ ਲੱਗਣ ਲੱਗ ਜਾਂਦੇ ਆ, ਫੋਟੋ ਖਿੱਚੀ ਜਾਂਦੀ ਹੈ। ਜੇ 8-10 ਸੈਕਿੰਡ ਸਮਾਈਲ ਕਰਕੇ ਸੋਹਣੇ ਲੱਗਦੇ ਆ, ਜੇ ਹਮੇਸ਼ਾ ਹੀ ਮੁਸਕਰਾਉਂਦੇ ਰਹੀਏ, ਖੁਸ਼ ਰਹੀਏ, ਹਮੇਸ਼ਾ ਸੋਹਣੇ ਨਹੀਂ ਲੱਗਾਂਗੇ। ਤੇ ਸਮਾਈਲ ਤੇ ਐਸੀ ਚੀਜ਼ ਹੈ, ਤੁਸੀਂ ਤੁਰੇ ਜਾਓ, ਕਿਸੇ ਅਜਨਬੀ ਮੁਸਾਫਰ ਦੇ ਕੋਲੋਂ ਲੰਘਦੇ ਆ, ਸਮਾਈਲ ਪਾਸ ਕਰ ਦਿਓ, ਮੁਸਕਰਾ ਦਿਓ, ਸਿਰਫ ਮੁਸਕਰਾ ਦਿਓ, ਉਹ ਬੰਦਾ ਅੰਦਰੋਂ ਅੰਦਰੀ 80% ਤੁਹਾਡਾ ਮਿੱਤਰ ਹੋ ਜਾਂਦਾ ਹੈ। ਇਸੇ ਕਰਕੇ ਸਮਾਈਲ ਦੀ ਫੁੱਲ ਫਾਰਮ ਬੜੀ ਪਿਆਰੀ ਕਿਸੇ ਨੇ ਬਣਾਈ, SMILE, ਸਪੈਸ਼ਲ ਮੈਜਿਕ ਇਨ ਲਿਵਿੰਗ ਐਵਰੀ ਡੇ। ਰੋਜ਼ਾਨਾ ਜ਼ਿੰਦਗੀ ਦਾ ਇੱਕ ਖਾਸ ਜਾਦੂ ਹੈ ਇਹ, खुश रहना। और केवल बाहर की सुंदरता ही नहीं, शुभ गुणों की खूबसूरती भी। पर सतगुरु पातशाह आखते ने, बाहरों ते सोना होवे, मिठा बोलदा होवे, दिल की जमीन च छल कपट होवे, वैर विरोध होवे, अंदरों सड़िया होवे, फिर किस काम खूबसूरती? बाहरों ते पेंट कोट पाया होवे, टाई लाई होवे, सोहनी दस्तार सजाई होवे, जां किसी ने हैट लाया होवे सिर ते, तुरिया आवे ते लोग कहण किन्ना सोहना लगदा है। पर जे कोई जानन वाला कह दे काहदा सोहना, मूँह खोलदा ते अग दे भांबड़ निकलदे ने, गालां बड़ियां कढदा है। की फायदा इस खूबसूरती दा? वो खूबसूरती देखण वास्ते कुछ टाइम लई ठीक सी, पर जिहड़े बाद विच उहदे औगण ने ना, वो हमेशा लई उहनूं बदसूरत कर दिंदे। निवंत होवंत मिथ्या, चेतनं संत सवजने। निवंत ਉਹ ਮਨੁੱਖ ਜਿਹੜਾ ਦੇਖਣ ਨੂੰ ਸੋਹਣਾ ਹੋਵੇ, ਮਿੱਠ ਬੋਲਾ ਹੋਵੇ, ਹਿਰਦੇ ਦੀ ਜ਼ਮੀਨ ਦੇ ਉੱਪਰ ਦੁਸ਼ਮਣੀ ਦਾ ਬੀਜ ਹੋਵੇ ਤੇ ਬਾਹਰੋਂ ਨਿਮਰਤਾ ਤੇ ਦਿਖਾਉਂਦਾ ਹੋਵੇ, ਪਰ ਉਹਦਾ ਦੂਜਿਆਂ ਅੱਗੇ ਝੁਕ ਜਾਣਾ, ਨਿਮਣਾ, ਝੂਠ ਹੈ। ਨਿਵੰਤ ਹੋਵੰਤ ਮਿੱਥਿਆ, ਦੂਜਿਆਂ ਅੱਗੇ ਝੁਕ ਜਾਣਾ ਮਿੱਥਿਆ ਹੈ, ਠੱਗੀ ਹੈ, ਧੋਖੇਬਾਜ਼ੀ ਹੈ। ਦੂਜਿਆਂ ਅੱਗੇ ਝੁਕ ਜਾਣਾ ਸਮਝ ਲਓ ਠੱਗ ਰਿਹਾ ਉਹ। ਨਿਵੰਤ ਹੋਵੰਤ ਮਿੱਥਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਬਚਨ ਕੀਤੇ ਕਿ ਕਈ ਵਾਰੀ ਬਾਹਰੋਂ ਬੰਦਾ ਝੁਕਦਾ ਹੋਇਆ ਉਹ ਵੀ ਧੋਖਾ ਕਰ ਜਾਂਦਾ ਹੈ। ਕਈ ਵਾਰ ਕਿਸੇ ਦਾ ਝੁਕਣਾ ਵੀ ਪ੍ਰਵਾਨ ਨਹੀਂ ਹੁੰਦਾ। ਜੰਗਲ ਵਿੱਚ ਸ਼ਿਕਾਰੀ ਜਾਂਦਾ ਹੈ, ਉਸ ਜ਼ਮੀਨ ਦੇ ਉੱਪਰ ਲੇਟ ਜਾਂਦਾ ਹੈ, ਪੂਰਾ ਜ਼ਮੀਨ ਦੇ ਉੱਪਰ ਲੇਟ ਕੇ ਬੰਦੂਕ ਦਾ ਨਿਸ਼ਾਨਾ ਉਹ ਹਿਰਨ ਵਾਲੇ ਪਾਸੇ ਕਰਦਾ ਹੈ, ਸਿਸਤ ਬੰਦਾ ਹੈ ਤੇ ਦੂਰੋਂ ਹਿਰਨ ਦੇਖਦਾ ਹੈ ਉਸ ਆਦਮੀ ਨੂੰ ਤੇ ਮਨ ਵਿੱਚ ਸੋਚਦਾ ਹੈ ਕਿੰਨਾ ਚੰਗਾ ਇਨਸਾਨ ਹੈ ਇਹ, ਕਿੱਡਾ ਭਲਾ ਇਨਸਾਨ ਹੈ, ਮੇਰੇ ਅੱਗੇ ਮੱਥੇ ਟੇਕ ਰਿਹਾ, ਝੁਕ ਝੁਕ ਕੇ ਮੱਥੇ ਟੇਕ ਰਿਹਾ, ਲੰਮੇ ਪੈ ਪੈ ਕੇ ਮੈਨੂੰ ਮੱਥੇ ਟੇਕ ਰਿਹਾ। ਪਰ ਉਸ ਹੀਰ ਨੂੰ ਇਹ ਨਹੀਂ ਪਤਾ ਇਹਦਾ ਲੰਮੇ ਪੈ ਕੇ ਮੱਥਾ ਟੇਕਣਾ ਛਲ ਹੈ, ਧੋਖਾ ਹੈ, ਇਹ ਤੈਨੂੰ ਮਾਰਨਾ ਚਾਹੁੰਦਾ ਹੈ। ਅਪਰਾਧੀ ਦੋਣਾ ਨਿਵੈ ਜੋ ਹੰਤਾ ਮਿਰਗਾਏ। ਜਿਵੇਂ ਮਨੋ ਕੋਈ ਸ਼ਿਕਾਰੀ ਜ਼ਮੀਨ ਤੇ ਲੇਟ ਕੇ ਹਿਰਨ ਨੂੰ ਮਾਰਨਾ ਚਾਹੁੰਦਾ ਹੈ, ਅਪਰਾਧੀ ਦੁਗਣਾ ਹੋ ਕੇ ਨਿਵਦਾ ਹੈ। ਉਹਦਾ ਨਿਵਣਾ ਵੀ ਸਿਰਫ ਧੋਖਾ ਹੈ, ਛਲ ਹੈ, ਕਪਟ ਹੈ। अपराधी दोना निवे जो हंता मिर्गाए, सीस नवाया क्या थी है, जरे दे कुसुदे जाए। बाहरों सिर झुकाउण दा की लाभ जे अंदर हिरदे कुशुद्ध है, शुद्ध नहीं। निवंत होवंत मिथ्या, चेतन संत सवजने। ते संत जन इस गल चेते रखते हैं, संत जन इस प्रति अवेयर रहंदे ने, सावधान रहंदे ने। भले मनुख जिहड़े ने वो फिर ऐसे धोखेबाज दी धोखे च नहीं आउंदे, ऐसे ठग दी ठगी च नहीं आउंदे, वो ऐसे मनुख तो दूर ही रहंदे ने। चेतन संत सवजने, होशियार रहंदे ने, सावधान रहंदे ने। संत जन रब दे प्यारे जिहड़े ने वो सावधान रहंदे ने, इन्हां चक्करां च आउंदे नहीं, अवेयर हो जांदे ने। ऐसे मिठ बोलणियां तो, ऐसे
ਬਾਹਰੇ ਦਿਖਾਵੇ ਵਾਲੇ ਸੁੰਦਰਾਂ ਤੋਂ, ਐਸੇ ਬਾਹਰ ਵਾਲੀ ਝੂਠੀ ਨਿਮਰਤਾ ਵਾਲਿਆਂ ਤੋਂ ਉਹ ਦੂਰ ਰਹਿੰਦੇ ਨੇ, ਉਹ ਸਮਝ ਜਾਂਦੇ ਨੇ, ਫਿਰ ਉਹਨਾਂ ਦੀ ਧੋਖੇ ਚ ਆਉਂਦੇ ਨਹੀਂ। ਗੁਰੂ ਜੀ ਆਖਦੇ ਨੇ, ਮਨੁੱਖ, ਜੇ ਰੱਬ ਨੇ ਤੈਨੂੰ ਸੁੰਦਰ ਸਰੀਰ ਦੇ ਦਿੱਤਾ, ਬਾਹਰੋਂ ਖੂਬਸੂਰਤੀ ਦੇ ਦਿੱਤੀ, ਮਿੱਠੇ ਬੋਲ ਦੇ ਦਿੱਤੇ, ਤੂੰ ਝੁਕ ਵੀ ਜਾਣੇ, ਜੇ ਅੰਦਰ ਤੇਰੀ ਈਰਖਾ ਛਲ ਕਪਟ ਹੈ, ਫਿਰ ਤੇ ਇਸ ਮਨੁੱਖਾ ਜੀਵਨ ਦਾ ਲਾਭ ਕੀ ਹੋਇਆ? ਤੁਸੀਂ ਮਨੁੱਖਾ ਜਨਮ ਨੂੰ ਦੇਖ, ਇਸ ਮਨੁੱਖਾ ਜੀਵਨ ਦੀ ਕਦਰ ਨੂੰ ਜਾਣ। ਅਚੇਤ ਮੂੜਾ ਨਾ ਜਣੰਤ, ਘਟੰਤ ਸਾਸਾ ਨਿਤ ਪ੍ਰਤੇ। ਅਚੇਤ, ਅਚੇਤ ਭਾਵ ਜਿਹਨੂੰ ਚੇਤਾ ਨਹੀਂ, ਸਮਝ ਨਹੀਂ, ਬੇਸਮਝ, ਕਾਫਿਲ, ਲਾਪਰਵਾਹ। ਮੂੜਾ ਮੈਨੇ ਮੂਰਖ, ਨਾ ਜਣੰਤ, ਬੇਸਮਝ ਮੂਰਖ ਮਨੁੱਖ ਇਸ ਗੱਲ ਨੂੰ ਸਮਝਦਾ ਨਹੀਂ ਹੈ। ਉਹ ਤੇ ਕੇਵਲ ਬਾਹਰੋਂ ਖੂਬਸੂਰਤੀ ਦਾ ਹੰਕਾਰ ਕਰਦਾ ਹੈ, ਬਾਹਰੋਂ ਸੋਹਣੇ ਹੋਣ ਦਾ ਹੰਕਾਰ ਕਰਦਾ ਹੈ, ਉਹ ਤੇ ਬਾਹਰੋਂ ਦੁਨੀਆ ਦੇ ਸਾਹਮਣੇ ਸੋਹਣਾ ਬਣਨ ਦਾ ਯਤਨ ਕਰਦਾ ਹੈ, ਅੰਦਰ ਛਲ ਕਪਟ ਠੱਗੀਆਂ ਹੁੰਦੀਆਂ ਨੇ, ਅੰਦਰ ਵਿਕਾਰ ਹੁੰਦੇ ਨੇ। ਉਹਨੂੰ ਇਹ ਨਹੀਂ ਪਤਾ ਮੈਂ ਆਪਣੇ ਕੀਮਤੀ ਮਨੁੱਖਾ ਜੀਵਨ ਨੂੰ ਵਿਕਾਰ ਕਰ ਰਿਹਾ। ਉਹਨੂੰ ਇਹ ਨਹੀਂ ਪਤਾ ਮੇਰਾ ਮਨੁੱਖਾ ਜੀਵਨ ਵਿਅਰਥ ਜਾ ਰਿਹਾ ਹੈ। ਅਚੇਤ ਮੂੜਾ ਨਾ ਜਣੰਤ, ਇਹ ਬੇਸਮਝ ਗਾਫਲ ਮਨੁੱਖ ਇਹ ਗੱਲ ਜਾਣਦਾ ਨਹੀਂ। ਕਿਹੜੀ ਗੱਲ? ਘਟੰਤ ਸਾਸਾ ਨਿਤ ਪ੍ਰਤੇ। ਸਾਸਾ ਮੈਨੇ ਸਵਾਸ, ਘਟੰਤ ਮੈਨੇ ਘਟਦੇ ਜਾਂਦੇ ਨੇ। ਨਿਤ ਪ੍ਰਤੇ ਹਰ ਰੋਜ਼, ਸਦਾ ਹੀ, ਹਰ ਰੋਜ਼ ਸਾਹ ਘਟ ਰਹੇ ਨੇ, ਹਰ ਰੋਜ਼ ਇੱਕ ਇੱਕ ਸਾਹ ਮੁੱਕਦੇ ਚਲੇ ਜਾ ਰਹੇ ਨੇ, ਇੱਕ ਇੱਕ ਖਿੰਨ ਸਾਹ ਮੁੱਕਦੇ ਜਾਂਦੇ ਨੇ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੇ ਤਨ ਛੀਚੇ। ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਪਿਤ ਕੀਚੈ। 100 ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਹੋ ਹੈ ਕਾਕਾ। ਇੱਕ ਇੱਕ ਪਲ ਸਾਹ ਘਟਦੇ ਚਲੇ ਜਾਂਦੇ ਨੇ, ਇੱਕ ਇੱਕ ਪਲ ਮਨੁੱਖ ਦੀ ਉਮਰ ਜਿਹੜੀ ਹੈ ਉਹ ਗੁਜ਼ਰਦੀ ਚਲੀ ਜਾਂਦੀ ਹੈ। ਆਪਣੇ ਜੀਵਨ ਨੂੰ ਮਨੁੱਖ ਸਮਝ ਨਹੀਂ ਰਿਹਾ। ਅਚੇਤ ਮੂੜਾ ਨਾ ਜਣੰਤ, ਘਟੰਤ ਸਵਾਸਾ ਨਿਤ ਪ੍ਰਤੈ। ਨਿਤ ਪ੍ਰਤੈ ਮੈਨੇ ਹਰ ਰੋਜ਼ ਇਹਦੇ ਸਵਾਸ ਘਟਦੇ ਜਾਂਦੇ ਨੇ, ਹਰ ਰੋਜ਼ ਇਹਦੀ ਉਮਰ ਘਟਦੀ ਚਲੀ ਜਾਂਦੀ ਹੈ। ਆਪਣੀ ਉਮਰ ਨੂੰ ਸੰਭਾਲ ਨਹੀਂ ਰਿਹਾ, ਜੀਵਨ ਨੂੰ ਵਿਅਰਥ ਗਵਾ ਰਿਹਾ ਹੈ। ਕਦੀ ਇਸ ਗੱਲ ਦਾ ਵਿਸ਼ਲੇਸ਼ਣ ਕਰਕੇ ਦੇਖਿਆ ਕਰੋ, ਅਸੀਂ ਆਪਣੀ ਜ਼ਿੰਦਗੀ ਦਾ ਕਿੰਨਾ ਟਾਈਮ ਕਿਵੇਂ ਬਤੀਤ ਕਰ ਰਹੇ ਹਾਂ? ਕਿੰਨੇ ਟਾਈਮ ਅਸੀਂ ਖੁਸ਼ ਸਾਂ, ਆਨੰਦਿਤ ਸਾਂ, ਕਿੰਨਾ ਟਾਈਮ ਅਸੀਂ ਉਦਾਸ ਰਹੇ, ਕਿੰਨੇ ਟਾਈਮ ਅਸੀਂ ਝੂਠ ਬੋਲਿਆ, ਕਿੰਨੇ ਟਾਈਮ ਕ੍ਰੋਧ ਕੀਤਾ, ਕਿੰਨੇ ਟਾਈਮ ਅਸੀਂ ਡਿਪਰੈਸ਼ਨ ਵਿੱਚ ਰਹੇ, ਕਿੰਨੇ ਟਾਈਮ ਅਸੀਂ ਖੁਸ਼ ਰਹੇ, ਕਿੰਨਾ ਟਾਈਮ ਅਸੀਂ ਵਿਅਰਥ ਗਵਾਇਆ ਤੇ ਕਿੰਨਾ ਟਾਈਮ ਅਸੀਂ ਕੁਝ ਪ੍ਰੋਡਕਟਿਵ ਕੀਤਾ, ਕੁਝ ਅੱਛਾ ਕੰਮ ਕੀਤਾ। ਕਦੀ ਬਣਾ ਕੇ ਦੇਖੋ ਇਹ ਲਿਸਟ, ਦੇਖੋ ਸਾਡਾ ਟਾਈਮ ਜਾ ਕਿੱਥੇ ਰਿਹਾ। ਕਿੰਨਾ ਸੌਂਦੇ ਹਾਂ, ਕਿੰਨਾ ਜਾਗਦੇ ਹਾਂ, ਜਾਗ ਕੇ ਕਿਹੜੇ ਕਿਹੜੇ ਕੰਮ ਕਰਦੇ ਹਾਂ, ਕੀ ਕਰਦੇ ਹਾਂ, ਸਾਰਾ ਕੁਝ ਦੇਖੋ, ਹਿਸਾਬ ਰੱਖੋ। याद रखियो, टाइम बहुत कीमती है, फ्री नहीं है। टाइम बहुत कीमती है, वो एक बार आउंदा है, चला जाता है, ते दोबारा नहीं आता। बीत चुकिया समा दोबारा नहीं आता। बीत चुकिया समा चला गया सो चला गया। और जिन्हें इस कीमती सवासां नूं समझ लिया, उन्हें अपनी जिंदगी नूं समझ लिया। सतगुरु पातशाह दे वचन कहण लगे, घटंत सासा नित प्रते, हर रोज साह घटते चले जाते ने, उम्र मुकती चली जाती है। छजंत महासुंदरी काया, काल कन्या ग्रासते। छिजंत, छिजंत मैंने छिजना, कमजोर होना। महासुंदरी काया, अंतां दी सुंदर एक काया मैंने देखी, ਜਿਹੜਾ ਬੜਾ ਖੂਬਸੂਰਤ ਸਰੀਰ ਹੈ, ਜਿਹਦਾ ਮਨੁੱਖ ਹੰਕਾਰ ਕਰਦਿਆਂ ਥੱਕਦਾ ਨਹੀਂ ਹੈ, ਇਹ ਦਿਨੋਂ ਦਿਨ ਕਮਜ਼ੋਰ ਹੁੰਦਾ ਚਲਾ ਜਾਂਦਾ ਹੈ, ਦਿਨੋਂ ਦਿਨ ਘਟਦਾ ਚਲਾ ਜਾਂਦਾ ਹੈ। ਛਜੰਤ ਮਹਾਸੁੰਦਰੀ ਕਾਇਆ, ਕਾਲ ਕੰਨਿਆ ਗਰਾਸਤੇ। ਕਾਲ ਕੰਨਿਆ ਮੈਨੇ ਕਾਲ ਦੀ ਧੀ, ਕਾਲ ਮੈਨੇ ਮੌਤ, ਮੌਤ ਦੀ ਧੀ ਹੈ ਬੁਢਾਪਾ, ਤੇ ਬੁਢਾਪਾ ਇਹਨੂੰ ਖਾਂਦਾ ਚਲਾ ਜਾਂਦਾ ਹੈ। ਮੌਤ ਦੀ ਧੀ ਨੂੰ ਖਾ ਕੇ ਖਤਮ ਕਰੀ ਜਾਂਦੀ। ਗਰਾਸਤੇ ਮੈਨੇ ਗਰਾਹੀ ਬਣਾਣੀ, ਗਰਸ ਲੈਣਾ, ਖਾ ਲੈਣਾ। ਕਾਲ ਕੰਨਿਆ ਗਰਾਸਤੇ, ਜਿਵੇਂ ਜਿਵੇਂ ਬੁਢਾਪਾ ਆਉਂਦਾ ਹੈ, ਸਰੀਰ ਛਿਜਦਾ ਚਲਾ ਜਾਂਦਾ ਹੈ। ਇੱਕ ਸਮਾਂ ਆਉਂਦਾ ਹੈ,
ਸਰੀਰ ਛਿਜ ਜਾਂਦਾ ਹੈ। ਜਿਸ ਸਰੀਰ ਦਾ ਹੰਕਾਰ ਕੀਤਾ ਉਹੀ ਸਰੀਰ ਸਾਥ ਦੇਣੋਂ ਹਟ ਜਾਂਦਾ ਹੈ। ਤਨ ਕੇ ਬਲ ਨੇ ਪੀਠ ਦਈ ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਸਰੀਰ ਦੀ ਤਾਕਤ ਨੇ ਪਿੱਠ ਦੇ ਦਿੱਤੀ। ਪਹਿਲਾਂ ਤੇ ਬਚਪਨ ਦੇ ਮਿੱਤਰ, ਜਦੋਂ ਜਵਾਨੀ ਆਈ ਬਚਪਨ ਦੇ ਮਿੱਤਰ ਸਾਥ ਛੱਡ ਗਏ, ਜਵਾਨੀ ਦੇ ਨਵੇਂ ਮਿੱਤਰ ਬਣ ਗਏ। ਜਦੋਂ ਬੁਢਾਪਾ ਆਇਆ ਜਵਾਨੀ ਦੇ ਮਿੱਤਰ ਸਾਥ ਛੱਡ ਗਏ, ਕੁਝ ਬੁਢਾਪੇ ਦੇ ਮਿੱਤਰ ਬਣੇ। ਜਦੋਂ ਪਲੰਘ ਤੇ ਪੈ ਗਿਆ, ਮੰਜੇ ਤੇ ਪੈ ਗਿਆ, ਉਦੋਂ ਬੁਢਾਪੇ ਦੇ ਮਿੱਤਰਾਂ ਨੂੰ ਮਿਲਣਾ ਤੋਂ ਰਹਿ ਗਿਆ। ਕੁਝ ਮਿੱਤਰ ਚਾਲੇ ਪਾ ਗਏ, ਕੁਝ ਮਿੱਤਰ ਆਪ ਬਿਮਾਰ ਪੈ ਗਏ, ਉਹ ਵੀ ਨਹੀਂ ਮਿਲਣ ਆ ਸਕਦੇ। ਇੱਥੋਂ ਤੱਕ ਧੀਆਂ ਪੁੱਤਰ ਸਨ, ਉਹ ਵੀ ਵਿਆਹੇ ਗਏ। ਧੀਆਂ ਨੂੰ ਜਵਾਈ ਲੈ ਗਏ ਤੇ ਪੁੱਤਾਂ ਨੂੰ ਨੂੰਹਾਂ ਲੈ ਗਈਆਂ। ਇਹ ਫਿਰ ਖਾਲੀ ਦਾ ਖਾਲੀ। ਹੁਣ ਪੋਤਰੇ ਨੇ, ਦੋਤਰੇ ਨੇ, ਉਹਨਾਂ ਨੂੰ ਖਿਡਾਉਂਦਾ ਹੈ। ਹੁਣ ਉਹਨਾਂ ਤੱਕ ਸੀਮਤ ਰਹਿ ਗਿਆ। ਇੱਥੋਂ ਤੱਕ ਬਚਪਨ ਦੇ ਨਾਲ ਸਾਥ ਦੇਣ ਵਾਲੇ ਅੱਖਾਂ, ਨੱਕ, ਕੰਨ, ਹੱਥ, ਅੰਗ, ਨੈਣ, ਪ੍ਰਾਣ, ਉਹ ਵੀ ਇੱਕ ਇੱਕ ਕਰਕੇ ਸਾਥ ਛੱਡ ਗਏ। ਅੱਖਾਂ ਦੀ ਜੋਤ ਘਟ ਗਈ, ਨਜ਼ਰ ਘਟ ਗਈ, ਕੰਨਾਂ ਤੋਂ ਸੁਣਨਾ ਘਟ ਗਿਆ, ਦੰਦ ਉਹ ਖਤਮ ਹੋ ਗਏ, ਹੱਥ ਪੈਰ ਚਲਦੇ ਨਹੀਂ। ਤਨ ਕੇ ਬਲ ਨੇ ਪੀਠ ਦਈ ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਤਜ ਕੇ ਇਹ ਲੋਕ ਵਿਖੇ ਹਮਕੋ ਚਲ ਆਪ ਗਏ ਮੁਰਲੋਕ ਸਜਾਤੀ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੈ ਮਮ ਬਾਤੀ। ਪਰ ਜਿਸ ਚੀਜ਼ ਦਾ ਖਹਿੜਾ ਛੱਡਣਾ ਸੀ ਉਹਨੇ ਖਹਿੜਾ ਨਹੀਂ ਛੱਡਿਆ। ਸਾਰੀ ਦੁਨੀਆ ਸਾਥ ਛੱਡ ਗਈ, ਪਰ ਆ ਲਾਲਚ, ਇਹ ਤ੍ਰਿਸ਼ਨਾ ਮਰਦੇ ਦਮ ਤੱਕ ਸਾਥ ਨਹੀਂ ਛੱਡਦੀ। ਮਰਦਿਆਂ ਮਰਦਿਆਂ ਵੀ ਸੋਚਦਾ 4 ਪੈਸੇ ਹੋਰ ਕਮਾ ਜਾਵਾਂ। ਮਰਦਿਆਂ ਮਰਦਿਆਂ ਵੀ ਸੋਚਦਾ ਕੁਝ ਵਧੀਆ ਚੀਜ਼ਾਂ ਖਾ ਜਾਵਾਂ, ਕੁਝ ਨਵੇਂ ਕੱਪੜੇ ਪਾ ਜਾਵਾਂ, ਕੁਝ ਵਧੀਆ ਫਿਲਮਾਂ ਦੇਖ ਜਾਵਾਂ, ਕੁਝ ਵਧੀਆ ਮਿਊਜ਼ਿਕ ਸੁਣ ਜਾਵਾਂ। ਮਰਦੇ ਮਰਦੇ ਵੀ ਆਖਦਾ ਆਹ ਚੀਜ਼ ਦੰਦ ਨਹੀਂ ਖਾ ਨਹੀਂ ਸਕਦਾ, ਮੈਨੂੰ ਕੁੱਟ ਕੇ ਦੇ ਦਿਓ, ਕੁੱਟ ਕੇ ਖਾ ਲਵਾਂਗਾ। ਪਰ ਜਿੰਨੇ ਖਹਿੜਾ, ਜਿੱਦ ਤੋਂ ਖਹਿੜਾ ਛੁਡਾਣਾ ਸੀ ਉਹਨੇ ਛੱਡਿਆ ਨਹੀਂ, ਉਹ ਸੀ ਤ੍ਰਿਸ਼ਨਾ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮਮ ਆਹੇ ਪਲੰਗ ਮੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਇਹ ਤ੍ਰਿਸ਼ਨਾ, ਇੱਕ ਤੂੰ ਮੇਰੇ ਨਾਲ ਰਹੀ, ਤੂੰ ਮੇਰਾ ਖਹਿੜਾ ਨਹੀਂ ਛੱਡਿਆ, ਤੂੰ ਨਾਲ ਰਹੀ। ਬੁਢਾਪਾ ਆ ਗਿਆ, ਤੇ ਜਦੋਂ ਦਾ ਬੁਢਾਪਾ ਆਇਆ ਉਦੋਂ ਦਾ ਸਰੀਰ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ। ਉਦੋਂ ਦਾ ਜੀਵਨ ਦੇ ਵਿੱਚ ਅੰਗ, ਨੈਣ, ਪ੍ਰਾਣ ਸਾਥ ਛੱਡਦੇ ਗਏ। ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਅੱਜ ਦੇ ਬਚਨ, ਛਿਜੰਤ ਮਹਾ ਸੁੰਦਰੀ ਕਾਇਆ, ਅੰਤਾਂ ਦੀ ਸੁੰਦਰ ਦੇਹੀ ਛਿਜਣੀ ਸ਼ੁਰੂ ਹੋ ਗਈ, ਕਮਜ਼ੋਰ ਪੈਣੀ ਸ਼ੁਰੂ ਹੋ ਗਈ। ਕਾਲ ਕੰਨਿਆ ਗ੍ਰਾਸਤੇ, ਕਾਲ ਕੰਨਿਆ ਭਾਵ ਮੌਤ ਦੀ ਧੀ, ਬੁਢਾਪਾ। ਗ੍ਰਾਸਤੇ ਮੈਨੇ ਬੁਢਾਪੇ ਨੇ ਜ਼ੋਰ ਪਾ ਲਿਆ, ਬਿਰਧ ਅਵਸਥਾ ਜ਼ੋਰ ਪਾਉਣ ਲੱਗ ਗਈ, ਬੁਢਾਪਾ ਆ ਗਿਆ ਜ਼ਿੰਦਗੀ ਚ। ਰਚੰਤ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਰਚੰਤ ਮੈਨੇ ਰਚੇ ਰਹਿਣਾ, ਰਚੰਤ ਮੈਨੇ ਮਸਤ ਰਹਿਣਾ। ਪੁਰਖ ਹੈ ਮਨੁੱਖ ਜਿਹੜਾ ਇਹ ਖਚਿਤ ਹੋ ਗਿਆ, ਕੁਟੰਬ ਲੀਲਾ, ਪਰਿਵਾਰ ਦੀ ਲੀਲਾ ਵਿੱਚ, ਪਰਿਵਾਰ ਦੀਆਂ ਕਲੋਲਾਂ ਚ ਮਸਤ ਹੋ ਗਿਆ। ਅਨਿਤ ਆਸਾ, ਜਿਹੜੀ ਆਸ਼ਾ ਹੈ ਉਹ ਅਨਿਤ ਹੈ, ਨਿਤ ਨਹੀਂ ਰਹਿੰਦੀ। ਹਰ ਰੋਜ਼ ਆਸ ਬਦਲ ਜਾਂਦੀ ਹੈ। ਅੱਜ ਚਾਹੁੰਦਾ ਇਹ ਚੀਜ਼ ਮਿਲ ਜਾਏ, ਕੱਲ ਚਾਹੁੰਦੇ ਨਹੀਂ ਉਹ ਚੀਜ਼ ਮਿਲ ਜਾਏ। ਵਿਖਿਆ ਵਿਨੋਦ, ਮਾਇਆ ਦੇ ਵਿਨੋਦ ਵਿੱਚ, ਆਨੰਦ ਵਿੱਚ, ਖੁਸ਼ੀਆਂ ਦੇ ਵਿੱਚ। ਭਾਵ ਮਨੁੱਖ ਜਿਹੜਾ ਹੈ ਪਰਿਵਾਰ ਦੇ ਕਲੋਲਾਂ ਚ ਮਸਤ ਹੋ ਗਿਆ, ਮਾਇਆ ਦੀਆਂ ਖੁਸ਼ੀਆਂ ਚ ਆਸਾਂ ਬਣਾਈ ਰੱਖਦਾ ਹੈ, ਔਰ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ, ਔਰ ਆਪਣਾ ਜੀਵਨ ਇਸੇ ਤਰ੍ਹਾਂ ਵਿਅਰਥ ਗਵਾ ਰਿਹਾ। ਘਟੰਤ ਸਾਸਾਂ ਨੇ ਤੇ ਪ੍ਰਤੀ ਤਾਂ ਉਮਰ ਘਟਦੀ ਚਲੀ ਜਾ ਰਹੀ ਹੈ। ਦੇਖੋ ਅਸੀਂ ਸਾਰਾ ਕੁਝ ਜਾਣਦੇ ਹਾਂ ਕਿ ਮਨੁੱਖਾ ਜੀਵਨ ਬਹੁਤ ਕੀਮਤੀ ਹੈ, ਪਰ ਫਿਰ ਵੀ ਅਸੀਂ ਇਹਦੀ ਸੰਭਾਲ ਨਹੀਂ ਕਰਦੇ, ਆਪਣਾ ਸਮਾਂ ਵਿਅਰਥ ਕਰਦਿਆਂ ਦੇਰ ਨਹੀਂ ਕਰਦੇ। ਔਰ ਕਿੰਨਾ ਸਾਰਾ ਦਿਨ ਪਰਿਵਾਰ ਦੀਆਂ ਕਲੋਲਾਂ ਦੇ ਵਿੱਚ, ਨਿੰਦਿਆ ਚੁਗਲੀ ਦੇ ਵਿੱਚ, ਦੋਸਤਾਂ ਮਿੱਤਰਾਂ ਦੀਆਂ ਗੱਪਾਂ ਵਿੱਚ, ਮਹਿਫਲਾਂ ਦੇ ਵਿੱਚ ਅਸੀਂ ਆਪਣੇ ਸਮੇਂ ਨੂੰ ਕਿੰਨਾ ਗਵਾ ਰਹੇ ਹਾਂ। ਚੰਦ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਪਰਿਵਾਰ ਦੀਆਂ ਲੀਲਾ ਵਿੱਚ, ਕੁਟੰਬ ਦੀ ਲੀਲਾ ਤੇ ਵਿਖਿਆ ਵਿਨੋਦ, ਮਾਇਆ ਦੀਆਂ ਖੁਸ਼ੀਆਂ ਦੇ ਵਿੱਚ ਇਹ ਉਮਰ ਬਤੀਤ ਹੁੰਦੀ ਜਾਂਦੀ ਹੈ। ਦੁਨੀਆ ਭਰ ਦੀ ਨਿੰਦਿਆ ਚੁਗਲੀ, ਦੁਨੀਆ ਭਰ ਦੀਆਂ ਚੀਜ਼ਾਂ 'ਚ ਸਾਡਾ ਸਮਾਂ ਮੁੱਕਣ 'ਚ ਨਹੀਂ ਆਉਂਦਾ, ਸਾਡਾ ਸਮਾਂ ਉਹਦੀ ਕੀਮਤ ਜਾਣਦੀ ਨਹੀਂ ਹੈ। ਜ਼ਿੰਦਗੀ ਦਾ ਸਮਾਂ ਬਚਾਉਣਾ ਹੈ ਨਾ, ਤੇ ਕੁਝ ਫਿਲਟਰ ਲਗਾਉਣੇ ਪੈਣਗੇ ਤਾਂ ਬਚੇਗਾ। ਵਾਟਰ ਫਿਲਟਰ ਸੁਣਿਆ ਹੋਵੇਗਾ, ਜਿਹੜਾ ਪਾਣੀ ਨੂੰ ਪਿਓਰ ਕਰਕੇ ਸਾਡੇ ਤੱਕ ਪਹੁੰਚਾਉਂਦਾ ਹੈ।
ਅਸ਼ੁੱਧੀਆਂ ਨੂੰ ਖਤਮ ਕਰ ਦਿੰਦਾ ਹੈ, ਫਿਲਟਰ ਕਰਦਾ ਹੈ। ਆਰਓ ਆਦਿਕ ਕਦੀ ਜ਼ਿੰਦਗੀ ਵਿੱਚ ਵੀ ਫਿਲਟਰ ਲਗਾ ਲਓ। ਫਾਲਤੂ ਦੇ ਲੋਕ, ਨਿੰਦਿਆ ਚੁਗਲੀ ਵਾਲੇ ਝਗੜਾਲੂ ਲੋਕ, ਫਾਲਤੂ ਦੇ ਲੋਕ ਤੁਹਾਡੀ ਜ਼ਿੰਦਗੀ ਚੋਂ ਮਨਫੀ ਹੋ ਜਾਣਗੇ। ਤੁਹਾਡਾ ਸਮਾਂ ਬਚ ਜਾਏਗਾ। ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡਾ ਸਮਾਂ ਵੇਸਟ ਕਰਨ ਵਾਲੇ ਉਹ ਚਲੇ ਜਾਣਗੇ ਜਦੋਂ ਕੁਝ ਫਿਲਟਰ ਲਗਾ ਲਓ। ਕਿੱਦਾਂ ਦੇ ਫਿਲਟਰ? ਸੁਕਰਾਤ ਦੇ ਕੋਲ ਇੱਕ ਆਦਮੀ ਆਇਆ। ਉਹ ਆਂਦੇ ਸਰ ਆ ਕੇ ਕਹਿਣ ਲੱਗੇ, ਸੁਕਰਾਤ, ਮੈਂ ਤੁਹਾਡੇ ਦੋਸਤ ਬਾਰੇ ਕੁਝ ਸੁਣੇ ਹੈ, ਮੈਂ ਉਹਦੇ ਬਾਰੇ ਦੱਸਣ ਆਇਆ ਕੁਝ ਤੁਹਾਨੂੰ। ਮੈਂ ਤੁਹਾਡੇ ਦੋਸਤ ਦੀ ਇੱਕ ਗੱਲ ਦੱਸਣ ਆਇਆ। ਸੁਕਰਾਤ ਇੱਕਦਮ ਬੋਲਿਆ, ਕਹਿਣ ਲੱਗਾ, ਇੱਕ ਮਿੰਟ ਰੁਕੋ, ਇਸ ਤੋਂ ਪਹਿਲਾਂ ਕਿ ਮੇਰੇ ਦੋਸਤ ਬਾਰੇ ਕੋਈ ਗੱਲ ਕਰੋ, ਜੋ ਤੁਸੀਂ ਮੇਰੇ ਦੋਸਤ ਬਾਰੇ ਕੁਝ ਸੁਣਿਆ ਹੈ, ਮੈਨੂੰ ਦੱਸਣ ਆਏ ਹੋ, ਇਸ ਤੋਂ ਪਹਿਲਾਂ ਕਿ ਮੇਰੇ ਦੋਸਤ ਦੀ ਕੋਈ ਗੱਲ ਦੱਸੋ, ਸਾਨੂੰ 3 ਫਿਲਟਰ ਟੈਸਟ ਕਰ ਲੈਣੇ ਚਾਹੀਦੇ ਨੇ। ਕਹਿਣ ਲੱਗਾ, ਫਿਲਟਰ ਟੈਸਟ ਇਹ ਕੀ ਹੁੰਦਾ ਹੈ? ਸੁਕਰਾਤ ਕਹਿਣ ਲੱਗੇ ਵੀ ਪਹਿਲਾ ਫਿਲਟਰ ਟੈਸਟ ਹੈ ਸੱਚਾਈ ਦਾ। ਪਹਿਲਾਂ ਤੇ ਟੈਸਟ ਕਰਾਂਗੇ, ਫਿਲਟਰ ਲਗਾਵਾਂਗੇ ਸੱਚਾਈ ਦਾ, ਵੀ ਜਿਹੜੀ ਤੂੰ ਗੱਲ ਦੱਸਣ ਆ ਰਹੇ ਹੈ, ਪਹਿਲਾਂ ਤੇ ਇਹ ਫਿਲਟਰ ਹੈ ਕਿ ਇਹ ਦੱਸ ਜਿਹੜੀ ਤੂੰ ਗੱਲ ਦੱਸਣ ਲੱਗਿਆ ਉਹ ਸੱਚ ਹੈ ਕਿ ਨਹੀਂ। ਪਹਿਲਾ ਫਿਲਟਰ ਸੱਚਾਈ ਦਾ ਹੈ। ਪਹਿਲਾਂ ਫਿਲਟਰ ਕਰ ਲਈ ਗੱਲ ਨੂੰ ਕਿ ਸੁਣਨ ਯੋਗ ਹੈ ਵੀ ਕਿ ਨਹੀਂ। ਜਿਹੜੀ ਮੇਰੇ ਦੋਸਤ ਬਾਰੇ ਗੱਲ ਦੱਸਣ ਲੱਗੇ ਹੈ, ਕਿ ਉਹ ਸੱਚੀ ਹੈ ਕਿ ਝੂਠੀ ਹੈ, ਕਿ ਉਹ ਇੱਕਦਮ ਸੱਚ ਹੈ। ਉਹ ਆਦਮੀ ਕਹਿਣ ਲੱਗਾ, ਨਹੀਂ, ਮੈਂ ਤਾਂ ਸਿਰਫ ਕਿਸੇ ਤੋਂ ਸੁਣਿਆ ਸੀ, ਤੇ ਕਿਸੇ ਤੋਂ ਸੁਣਿਆ ਸੀ, ਮੈਂ ਉਹ ਦੱਸਣ ਆਇਆ ਸੀ। ਪਤਾ ਨਹੀਂ ਉਹ ਗੱਲ ਸੱਚ ਹੈ ਕਿ ਝੂਠ ਹੈ, ਨਹੀਂ ਪਤਾ, ਸਿਰਫ ਕਿਸੇ ਤੋਂ ਸੁਣਿਆ ਸੀ। ਸੁਕਰਾਤ ਕਹਿਣ ਲੱਗਾ, ਮਤਲਬ ਤੈਨੂੰ ਖੁਦ ਵੀ ਨਹੀਂ ਪਤਾ ਜੋ ਕੁਝ ਤੂੰ ਮੈਨੂੰ ਦੱਸਣ ਲੱਗੇ ਹੈ ਉਹ ਪੂਰੀ ਤਰ੍ਹਾਂ ਸੱਚ ਹੈ ਵੀ ਕਿ ਨਹੀਂ, ਕਿ ਝੂਠ ਹੀ ਹੈ। ਇਸ ਕਰਕੇ ਪਹਿਲੇ ਫਿਲਟਰ ਚੋਂ ਫੇਲ ਹੋ ਗਿਆ ਤੂੰ। ਹੁਣ ਦੂਜਾ ਫਿਲਟਰ ਲਾ ਕੇ ਦੇਖਦੇ ਹਾਂ। ਦੂਜਾ ਫਿਲਟਰ ਹੈ ਅੱਛਾਈ ਦਾ, ਕਿ ਜੋ ਤੂੰ ਮੈਨੂੰ ਮੇਰੇ ਦੋਸਤ ਬਾਰੇ ਦੱਸਣ ਲੱਗੇ ਹੈ ਉਹ ਅੱਛਾ ਹੈ ਕਿ ਨਹੀਂ। ਉਹਦੀ ਚੰਗੀ ਗੱਲ ਦੱਸਣ ਲੱਗੇ ਕਿ ਮਾੜੀ। ਉਹਦੀ ਜਿਹੜੀ ਗੱਲ ਦੱਸਣ ਲੱਗਿਆ, ਅੱਛਾਈ ਦਾ ਫਿਲਟਰ ਹੈ ਦੂਜਾ, ਉਹ ਗੱਲ ਅੱਛੀ ਹੈ। ਉਹ ਆਦਮੀ ਕਹਿਣ ਲੱਗਾ, ਨਹੀਂ, ਉਹ ਤੇ ਬਿਲਕੁਲ ਐਗਜ਼ੈਕਟਲੀ ਇਸ ਤੋਂ ਉਲਟ ਹੈ। ਸੁਕਰਾਤ ਹੱਸ ਪਿਆ, ਕਹਿਣ ਲੱਗਾ, ਇਹਦਾ ਮਤਲਬ ਜੋ ਕੁਝ ਤੂੰ ਮੇਰੇ ਦੋਸਤ ਬਾਰੇ ਦੱਸਣ ਵਾਲਾ ਸੀ, ਇੱਕ ਤੇ ਇਹ ਨਹੀਂ ਸੀ ਪਤਾ ਉਹ ਸੱਚਾ ਕਿ ਝੂਠਾ ਹੈ, ਤੇ ਦੂਜਾ ਉਹ ਹੈ ਵੀ ਚੰਗਾ ਨਹੀਂ ਸੀ, ਹੈ ਵੀ ਬੁਰਾ। ਚਲੋ ਤੀਜਾ ਫਿਲਟਰ ਲਾ ਕੇ ਦੇਖ ਲਈਏ, ਸ਼ਾਇਦ ਇਹ 'ਚ ਤੂੰ ਪਾਸ ਹੋ ਜਾਏ। ਤੀਜਾ ਤੇ ਲਾਸਟ ਫਿਲਟਰ ਇਹ ਹੈ ਯੂਜ਼ਫੁਲਨੈਸ ਦਾ, ਕਿ ਉਹ ਜਿਹੜੀ ਗੱਲ ਤੂੰ ਦੱਸਣ ਲੱਗਿਆ ਮੇਰੇ ਦੋਸਤ ਦੀ, ਉਹ ਮੇਰੇ ਲਈ ਫਾਇਦੇਮੰਦ ਹੈ ਕਿ ਨਹੀਂ, ਯੂਜ਼ਫੁਲ ਹੈ ਕਿ ਨਹੀਂ। ਉਹ ਕਹਿਣ ਲੱਗਾ, ਨਹੀਂ, ਬਿਲਕੁਲ ਨਹੀਂ, ਤੁਹਾਡੇ ਕਿਸੇ ਕੰਮ ਦੀ ਨਹੀਂ ਉਹ ਗੱਲ। ਸੁਕਰਾਤ ਹੱਸ ਪਿਆ, ਕਹਿਣ ਲੱਗਾ, ਹੱਦ ਹੈ, ਜਿਹੜੀ ਗੱਲ ਨਾ ਤੇ ਸੱਚੀ ਹੈ, ਨਾ ਅੱਛੀ ਹੈ, ਨਾ ਮੇਰੇ ਲਈ ਫਾਇਦੇਮੰਦ ਹੈ, ਫਿਰ ਉਹਨੂੰ ਸੁਣਨ ਦਾ ਫਾਇਦਾ ਕੀ ਹੈ। ਇਸ ਕਰਕੇ ਉਹਦੀ ਦੱਸਣ ਦੀ ਲੋੜ ਨਹੀਂ, ਤੂੰ ਉੱਥੇ ਤੁਰਦਾ ਹੋ। ਸੁਕਰਾਤ ਵਰਗੇ ਆਪਣਾ ਸਮਾਂ ਬਚਾ ਲੈਂਦੇ ਨੇ ਇਹੋ ਜਿਹੀਆਂ ਚੀਜ਼ਾਂ ਤੋਂ। ਸਾਨੂੰ ਵੀ ਕਿੰਨੇ ਮੌਕੇ ਇਸ ਤਰ੍ਹਾਂ ਦੇ ਮਿਲਦੇ ਨੇ, ਜਦੋਂ 4 ਸੱਜਣ ਬੈਠੇ ਹੋਣ, ਦੋਸਤ ਮਿੱਤਰ ਬੈਠੇ ਹੋਣ, ਆਂਢ ਗੁਆਂਢੀ ਬੈਠੇ ਹੋਣ, ਕਿੰਨੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨ ਭਰ ਗੱਲਾਂ ਚੱਲਦੀਆਂ ਨੇ, ਨਾ ਤੇ ਉਹ ਸੱਚੀਆਂ ਹੁੰਦੀਆਂ ਨੇ, ਨਾ ਉਹ ਅੱਛੀਆਂ ਹੁੰਦੀਆਂ ਨੇ, ਨਾ ਉਹ ਸਾਡੇ ਕੰਮ ਦੀਆਂ ਗੱਲਾਂ ਹੁੰਦੀਆਂ ਨੇ, ਪਰ ਅਸੀਂ ਕਿੰਨੇ ਛਟਕਾਰੇ ਲੈ ਲੈ ਕੇ ਸੁਣਦੇ ਹਾਂ। ਸਮਾਂ ਗਵਾਉਂਦੇ ਨਾ ਜ਼ਿੰਦਗੀ ਦਾ। ਪਰਿਵਾਰ ਵਿੱਚ, ਆਂਢ ਗੁਆਂਢ ਵਿੱਚ, ਮਾਇਆ ਦੀਆਂ ਖੁਸ਼ੀਆਂ ਦੇ ਵਿੱਚ, ਕਿੰਨੀਆਂ ਥਾਵਾਂ ਤੇ ਅਸੀਂ ਆਪਣੇ ਜੀਵਨ ਨੂੰ ਇਸ ਤਰ੍ਹਾਂ ਗਵਾਉਂਦੇ ਹਾਂ। ਰਚੰਤ ਪੁਰਖ ਹੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਮਨੁੱਖ ਜਿਹੜੇ ਪਰਿਵਾਰ ਦੀਆਂ ਲੀਲਾਵਾਂ ਵਿੱਚ, ਮਸਤੀਆਂ ਕਲੋਲਾਂ ਦੇ ਵਿੱਚ ਜੀਵਨ ਨੂੰ ਵਿਅਰਥ ਕਰਦਾ ਹੈ। ਅਨਿਤ ਆਸਾ, ਉਹ ਆਸਾ ਜਿਹੜੀ ਹਰ ਰੋਜ਼ ਬਦਲ ਜਾਂਦੀ ਹੈ, ਉਹਨਾਂ ਆਸ਼ਾਵਾਂ ਵਿੱਚ ਸਮਾਂ ਗਵਾਉਂਦਾ ਹੈ ਮਨੁੱਖਾ ਜੀਵਨ ਦਾ। ਵਿਖਿਆ ਵਿਨੋਦ, ਮਾਇਆ ਦੀਆਂ ਖੁਸ਼ੀਆਂ ਦੇ ਵਿੱਚ ਸਿਰਫ ਨਿੰਦਿਆ ਦੀ 4 ਪਲ ਦੀ ਖੁਸ਼ੀ ਲੈਣ ਵਾਸਤੇ ਆਪਣਾ ਕਿੰਨਾ ਸਮਾਂ ਵਿਅਰਥ ਗਵਾਉਂਦਾ ਹੈ, ਕਿੰਨਾ ਸਮਾਂ ਆਪਣੇ ਜੀਵਨ ਦਾ ਵਿਅਰਥ ਗਵਾਉਂਦਾ ਹੈ। ਅਸੀਂ ਕਿੰਨਾ ਸਮਾਂ ਇਸ ਤਰ੍ਹਾਂ ਗਵਾ ਲੈਂਦੇ ਹਾਂ। ਔਰ ਯਾਦ ਰੱਖਿਓ, ਸਮੇਂ ਨੂੰ ਬਚਾਉਣ ਦਾ ਇੱਕ ਬੜਾ ਸੌਖਾ ਤਰੀਕਾ ਹੈ। ਦੱਸਿਆ ਤੇ ਮੈਂ ਪਹਿਲਾਂ ਵੀ ਹੈ, ਪਰ ਕੁਝ ਲੋਕ ਭੁੱਲ ਜਾਂਦੇ ਨੇ, ਇਸ ਕਰਕੇ ਕਈ ਵਾਰੀ ਰਿਪੀਟ ਕਰਾਣੀ ਪੈਂਦੀ ਗੱਲ, ਕਈ ਵਾਰੀ ਰਿਪੀਟ ਕਰਾ ਕੇ ਯਾਦ ਕਰਾਉਣਾ ਪੈਂਦਾ ਹੈ। ਇਸੇ ਕਰਕੇ ਮੇਰੇ ਤੋਂ ਰੈਪੀਟੀਸ਼ਨ ਵੀ ਹੁੰਦੀ ਹੈ, ਕਿਉਂਕਿ ਅਸੀਂ ਭੁੱਲ ਬੜੀ ਜਲਦੀ ਜਾਂਦੇ ਹਾਂ।
ਇੱਕ ਤਰੀਕਾ ਪਹਿਲਾਂ ਵੀ ਦੱਸਿਆ ਸੀ, ਅੱਜ ਵੀ ਦੱਸਦਾ। ਸਮਾਂ ਬਚਾਉਣ ਦਾ ਬੜਾ ਸੌਖਾ ਤਰੀਕਾ ਹੈ। ਮੇਰਾ ਤੇ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਮੇਰਾ ਆਪਣਾ ਤਜਰਬਾ ਹੈ। ਜਦੋਂ ਕਿ ਗਾਲੜੀ ਬੰਦਾ ਤੁਹਾਡੇ ਕੋਲ ਆ ਜਾਏ ਨਾ, ਜਿਹੜਾ ਗੱਲਾਂ ਕਰਦਿਆਂ ਵਾਰੇ ਨਾ ਆਣ ਦੇ, ਸਵੇਰ ਤੋਂ ਸ਼ਾਮ ਤੱਕ ਲੱਗਿਆ ਰਵੇ, ਉਹ ਤੁਹਾਡੇ ਕੋਲ ਆਏ ਤੇ ਤੁਸੀਂ ਉਹਨੂੰ ਕਹੋ, ਸੱਜਣਾ ਵਾਹ, ਬੜੇ ਮੌਕੇ ਤੇ ਆਇਆ ਤੂੰ। ਦੇਖ, ਸ਼ਾਮ ਦਾ ਸਮਾਂ, ਸੋਦਰ ਦਾ ਸਮਾਂ, ਰਲ ਕੇ ਸੋਦਰ ਦਾ ਪਾਠ ਕਰ ਲਈਏ। ਬੜੇ ਵਧੀਆ ਮੌਕੇ ਤੇ ਆਏ ਆ, ਰਲ ਕੇ ਪਾਠ ਕਰ ਲਈਏ। ਸੰਗਤੀ ਰੂਪ ਵਿੱਚ ਸੋਦਰ ਦਾ ਪਾਠ ਕਰੀਏ, ਚੱਲ ਰਲ ਕੇ ਦੋਨੋਂ ਪੜਾਂਗੇ। ਉਸ ਗਾਲੜੀ ਬੰਦੇ ਤੇ ਭਜਦਿਆਂ ਦੇਰ ਨਹੀਂ ਲੱਗੇਗੀ। ਸਵੇਰੇ ਆ ਜਾ, ਉਹਨੂੰ ਕਹੇ ਵੀ ਬੜੇ ਮੌਕੇ ਤੇ ਆਏ ਆ, ਚੱਲ ਆਪਾਂ ਕਿਸੇ ਬਾਣੀ ਦਾ ਪਾਠ ਕਰ ਲਈਏ, ਸੁਖਮਨੀ ਸਾਹਿਬ ਦਾ ਪਾਠ ਕਰ ਲਈਏ, ਆਸਾ ਕੀ ਵਾਰ ਦਾ ਪਾਠ ਕਰ ਲਈਏ, ਚੱਲ 52 ਅੱਖਰੀ ਦਾ ਪਾਠ ਕਰ ਲਈਏ, ਚੱਲ ਜੈਸਰੀ ਕੀ ਵਾਰ ਦਾ ਪਾਠ ਕਰ ਲਈਏ, ਸੰਸਕ੍ਰਿਤੀ ਸ਼ਲੋਕਾਂ ਨੂੰ ਸਮਝ ਲਈਏ, ਸ਼ੁੱਧ ਉਚਾਰਨ ਦੇਖ ਲਈਏ, ਸ਼ਲੋਕ ਭਗਤ ਕਬੀਰ ਜੀ ਤੇ ਫਰੀਦ ਜੀ ਦੇ ਪੜ੍ਹ ਲਈਏ। ਆਈ ਗਿਆ, ਚੱਲ ਇੱਕ ਸ਼ਬਦ ਦੀ ਵਿਚਾਰ ਕਰ ਲਈਏ, ਉਹਦੇ ਦੌੜਦਿਆਂ ਦੇਰ ਨਹੀਂ ਲੱਗੇਗੀ, ਉਹਨੂੰ 1000 ਕੰਮ ਚੇਤੇ ਆ ਜਾਣਗੇ। ਉਹ ਮੈਂ ਤੇ ਘਰੋਂ ਤੁਰਿਆ ਸੀ ਸੌਦਾ ਲੈਣ ਵਾਸਤੇ, ਘਰ ਦੀ ਉਡੀਕ ਦੀ ਹੋਣੀ ਮੈਨੂੰ, ਬੱਚਿਆਂ ਦੀਆਂ ਕਾਪੀ ਪੈਨ ਲੈ ਕੇ ਆਣੀਆਂ ਨੇ, ਉਹ ਨਹੀਂ ਲਈਆਂ, ਬਿਜਲੀ ਦਾ ਬਿੱਲ ਦੇ ਕੇ ਆਣਾ ਸੀ, ਉਹ ਜੋ ਨਹੀਂ ਤਾਰਿਆ, ਅੱਜ ਤੇ ਮੈਂ ਫਲਾਣੀ ਥਾਂ ਜਾਣਾ ਸੀ, ਉਹਨੂੰ 1000 ਕੰਮ ਚੇਤੇ ਆਣਗੇ। 2-4 ਵਾਰ ਕਰਕੇ ਦੇਖੋ, ਗਾਲੜੀ ਬੰਦਿਆਂ ਤੋਂ ਤੁਹਾਡਾ ਖਹਿੜਾ ਛੁੱਟ ਜਾਏਗਾ। ਜਿਹੜੀ ਤੁਹਾਡੀ ਜ਼ਿੰਦਗੀ ਦਾ ਸਮਾਂ ਵਿਅਰਥ ਕਰਨ ਆਉਂਦੇ ਨੇ, ਉਹਨਾਂ ਨੂੰ ਭਜਾਉਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਵੈਲਕਮ ਕਹੋ, ਉਹਨਾਂ ਨੂੰ ਕਹੋ ਆਓ ਬੈਠੋ, ਸ਼ਬਦ ਦੀ ਵਿਚਾਰ ਕਰੀਏ। ਭਜਾਉਣ ਦੀ ਲੋੜ ਨਹੀਂ ਪਏਗੀ, ਆਪੇ ਭੱਜ ਜਾਣਗੇ, ਤੁਹਾਡੇ ਸਿਰ ਬਲੇਮ ਵੀ ਨਹੀਂ ਆਏਗਾ, ਔਰ ਅਗਲੀ ਵਾਰ ਆਣਗੇ ਵੀ ਨਹੀਂ ਕਿ ਦੁਬਾਰਾ ਜਾਵਾਂਗਾ ਫਿਰ ਨਾ ਕਿਤੇ ਬਿਠਾ ਲਵੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਹੈ ਕਿ ਅੰਮ੍ਰਿਤ ਕੌੜਾ, ਵਿਖਿਆ ਮਿੱਠੀ। ਅੰਮ੍ਰਿਤ ਕੌੜਾ ਲੱਗਦਾ ਇਹਨਾਂ ਨੂੰ, ਜ਼ਹਿਰ ਬੜੀ ਮਿੱਠੀ ਲੱਗਦੀ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿਠੀ, ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿੱਛੂ ਡਸਾਨਾ। ਨਾਮ ਦੀ ਗੱਲ ਸੁਣ ਕੇ ਏਦਾਂ ਲੱਗਦਾ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ, ਭੱਜ ਜਾਂਦੇ ਨੇ। ਬੜਾ ਵਧੀਆ ਤਰੀਕਾ ਜ਼ਿੰਦਗੀ ਨੂੰ ਸਮਾਂ ਬਚਾਉਣ ਦਾ। ਔਰ ਯਾਦ ਰੱਖੋ, ਜ਼ਿੰਦਗੀ ਦਾ ਸਮਾਂ ਬਚਾਉਣੇ ਬਾਹਰਲੇ ਲੋਕਾਂ ਤੋਂ, ਉਹਨਾਂ ਦੇ ਆਉਂਦਿਆਂ ਹੀ ਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਲੈ ਕੇ ਬਹਿ ਜਾਓ, ਦੂਜਿਆਂ ਤੋਂ ਤੁਹਾਡਾ ਕੀਮਤੀ ਸਮਾਂ ਬਚ ਜਾਏਗਾ। ਇਹ ਤੇ ਸੀ ਦੂਜਿਆਂ ਤੋਂ ਸਮਾਂ ਬਚਾਉਣ ਦਾ ਤਰੀਕਾ। ਆਪਣੇ ਆਪ ਦਾ ਸਮਾਂ ਆਪਣੇ ਆਪ ਤੋਂ ਕਿਵੇਂ ਬਚਾਈਏ, ਉਹਦੇ ਲਈ ਮਨ ਦੇ ਵਿੱਚ ਗੱਲ ਸੋਚ ਕੇ ਰੱਖਿਓ। ਇੱਕ ਗੱਲ, ਸਿਰਫ ਇੱਕ ਗੱਲ ਮਨ ਵਿੱਚ ਸੋਚ ਕੇ ਰੱਖਿਓ, ਉਹ ਇਹ ਵਾਲੀ ਕਿ ਜੇ ਅੱਜ ਦਾ ਦਿਨ ਮੇਰੀ ਬਚੀ ਹੋਈ ਜ਼ਿੰਦਗੀ ਦਾ ਆਖਰੀ ਦਿਨ ਹੁੰਦਾ, ਫਿਰ ਮੈਂ ਕੀ ਕਰਦਾ। ਅੱਜ ਦਾ ਜਿਹੜਾ ਆਖਰੀ ਦਿਨ ਮੇਰੇ ਲਈ ਆਖਰੀ ਦਿਨ ਨੇ, ਜੇ ਅੱਜ ਦੀ ਜ਼ਿੰਦਗੀ ਦਾ ਮੇਰਾ ਆਖਰੀ ਦਿਨ ਹੁੰਦਾ, ਤੇ ਕੀ ਮੈਂ ਉਹ ਕਰਦਾ ਜੋ ਅੱਜ ਕਰਨ ਵਾਲਾ ਹੈ? ਜੇ ਨਹੀਂ, ਫਿਰ ਕੁਝ ਨਾ ਕੁਝ ਬਦਲਣ ਦੀ ਲੋੜ ਹੈ। ਇਹ ਆਖਰੀ ਦਿਨ ਹੈ ਮੇਰਾ, ਜੇ ਆਖਰੀ ਦਿਨ ਹੈ ਤੇ ਇਹਨੂੰ ਮੈਂ ਕਿਵੇਂ ਜੀਵਾਂ? ਔਰ ਜੇ ਇਸ ਤਰ੍ਹਾਂ ਹਰ ਰੋਜ਼ ਜੀਓਗੇ ਵੀ ਮੇਰਾ ਆਖਰੀ ਦਿਨ ਹੈ, ਤੇ ਕਿਸੇ ਦਿਨ ਸਾਬਤ ਹੋ ਹੀ ਜਾਓਗੇ। ਇਸ ਕਰਕੇ ਇਹਨੂੰ ਬਦਲਣ ਦੀ ਲੋੜ ਹੈ। ਯਾਦ ਰੱਖੋ, ਮਰਨਾ ਹੈ, ਬਸ ਇੰਨਾ ਯਾਦ ਰੱਖੋ। ਜ਼ਿੰਦਗੀ ਦੇ ਸਮੇਂ ਦੀ ਕੀਮਤ ਦਾ ਪਤਾ ਲੱਗ ਜਾਏਗਾ। ਕਦੀ ਕਦੀ ਹਸਪੀਟਲ ਗੇੜਾ ਮਾਰ ਆਓ, ਜਿੱਥੇ ਲੋਕ ਮਰਨ ਕਿਨਾਰੇ ਪਏ ਨੇ, ਮੌਤ ਦੀ ਉਡੀਕ ਕਰ ਰਹੇ ਨੇ, ਉਹ ਤਰਲੇ ਲੈ ਰਹੇ ਨੇ, 1 ਮਹੀਨਾ ਹੋਰ ਜੀ ਜਾਈਏ, 1 ਹਫ਼ਤਾ ਹੋਰ ਜੀ ਜਾਈਏ। ਉਹਨਾਂ ਨੂੰ ਪੁੱਛ ਕੇ ਦੇਖੋ, ਜ਼ਿੰਦਗੀ ਦੀ ਕੀਮਤ ਦਾ ਕੀ ਮੁੱਲ ਹੈ। ਉਹਨਾਂ ਨੂੰ ਜ਼ਿੰਦਗੀ ਦੀ ਕੀਮਤ ਦਾ ਅਹਿਸਾਸ ਹੈ। ਦੇਖੋ, ਕੋਈ ਵੀ ਮਨੁੱਖ ਮਰਨਾ ਨਹੀਂ ਚਾਹੁੰਦਾ। ਇੱਥੋਂ ਤੱਕ ਉਹ ਵੀ ਬੰਦਾ ਮਰਨਾ ਨਹੀਂ ਚਾਹੁੰਦਾ ਜਿਹੜਾ ਸਵਰਗ ਜਾਣਾ ਚਾਹੁੰਦਾ ਹੈ, ਕਿਉਂਕਿ ਉੱਥੇ ਜਾਣ ਵਾਸਤੇ ਵੀ ਤੇ ਮਰਨਾ ਪੈਂਦਾ ਨਾ। ਉੱਥੇ ਜਾਣ ਵਾਸਤੇ ਵੀ ਨਹੀਂ ਮਰਨਾ ਚਾਹੁੰਦੇ। ਮੌਤ ਜ਼ਿੰਦਗੀ ਨੂੰ ਬਦਲਦੀ ਹੈ, ਪੁਰਾਣੇ ਨੂੰ ਸਮਾਪਤ ਕਰਕੇ ਨਵੇਂ ਦਾ ਰਸਤਾ ਖੋਲਦੀ ਹੈ। ਪੁਰਾਣਾ ਪੱਤਾ ਟੁੱਟਦਾ ਤੇ ਤਾਂ ਨਵੇਂ ਪੱਤੇ ਦੇ ਆਉਣ ਦੀ ਜਗ੍ਹਾ ਬਣਦੀ ਹੈ। ਇਸ ਸਮੇਂ ਅਸੀਂ ਸਾਰੇ ਨਵੇਂ ਹਾਂ, ਤੇ ਕੁਝ ਦਿਨਾਂ ਬਾਅਦ ਜਦੋਂ ਅਸੀਂ ਪੁਰਾਣੇ ਹੋ ਜਾਵਾਂਗੇ, ਰਸਤੇ ਤੋਂ ਸਾਫ਼ ਹੋ ਜਾਵਾਂਗੇ, ਹੋਰ ਦੂਸਰਾ ਆ ਜਾਏਗਾ। ਇਹ ਸੱਚ ਹੈ। ਔਰ ਸਾਡਾ ਜ਼ਿੰਦਗੀ ਦਾ ਸਮਾਂ ਬਿਲਕੁਲ ਸੀਮਤ ਹੈ। ਇਸ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਜੀ ਕੇ ਸਮਾਂ ਵਿਅਰਥ ਨਾ ਕਰੋ। ਕਿਸੇ ਹੋਰ ਦੀ ਜ਼ਿੰਦਗੀ ਜੀਉਣ ਦਾ ਮਤਲਬ ਪਤਾ ਕੀ ਹੈ? ਕੋਈ ਮਨੁੱਖ ਆਇਆ, ਗਾਲੜੀ ਬੰਦਾ, ਅਸੀਂ ਆਪਣੀ ਜ਼ਿੰਦਗੀ ਉਹਨੂੰ ਦੇ ਦਿੱਤੀ, ਸਾਡੀ ਜ਼ਿੰਦਗੀ ਉਹ ਜੀ ਰਿਹਾ, ਉਹਦੀ ਜ਼ਿੰਦਗੀ ਅਸੀਂ ਜੀਣ ਲੱਗ ਪਏ, ਨਿੰਦਿਆ ਚੁਗਲੀ ਵਾਲੀ। ਇਸ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਜੀ ਕੇ ਸਮਾਂ ਵਿਅਰਥ ਨਾ ਕਰੋ।
ਵਿਕਾਰ ਦੀਆਂ ਸੋਚਾਂ 'ਚ ਨਾ ਫਸੋ, ਆਪਣੇ ਜੀਵਨ ਨੂੰ ਦੂਜਿਆਂ ਦੇ ਹਿਸਾਬ ਨਾਲ ਨਾ ਚਲਾਓ, ਦੂਜਿਆਂ ਦੇ ਵਿਚਾਰਾਂ ਦੇ ਸ਼ੋਰ ਵਿੱਚ ਆਪਣੇ ਅੰਦਰ ਦੀ ਗੁਰੂ ਦੀ ਗਿਆਨ ਦੀ ਆਵਾਜ਼ ਨੂੰ ਦਬਾਓ ਨਾ। ਔਰ ਇਸ ਕਰਕੇ ਸਭ ਤੋਂ ਕੀਮਤੀ ਗੱਲ ਇਹ ਹੈ, ਆਪਣੇ ਦਿਲ ਦੀ ਸਹਿਜ ਬੁੱਧੀ ਵਾਲੀ ਆਵਾਜ਼ ਨੂੰ ਸੁਣਨ ਦਾ ਸਾਹਸ ਰੱਖੋ। ਆਪਣੇ ਦਿਲ ਦੀ ਆਵਾਜ਼ ਨੂੰ ਸੁਣੋ, ਬਾਕੀ ਚੀਜ਼ਾਂ ਸੈਕੰਡਰੀ ਨੇ। ਜ਼ਿੰਦਗੀ ਵਿੱਚ ਸਮਾਂ ਬਹੁਤ ਕੀਮਤੀ ਹੈ, ਪਰ ਸਮੇਂ ਦੀ ਕੀਮਤ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ ਹੈ ਜਦੋਂ ਸਾਨੂੰ ਮੌਤ ਦਾ ਅਹਿਸਾਸ ਹੁੰਦਾ ਹੈ। ਤਾਂ ਹੀ ਗੁਰਬਾਣੀ ਨੇ ਮਨੁੱਖਾ ਜਨਮ ਦੀ ਵੈਲਿਊ ਦੱਸਣ ਵਾਸਤੇ ਕਿੰਨੇ ਗੁਰਬਾਣੀ 'ਚ ਪ੍ਰਮਾਣ ਕਰੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤੇਰੇ ਇੱਕ ਜੀਵਨ ਨਹੀਂ ਰਹਿਣਾ, ਮੌਤ ਨਾ ਭੁੱਲ ਜਾਈ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ, ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ, ਮੌਤ ਨਾ ਭੁੱਲ ਜਾਈ। ਕਿੰਨਿਆਂ ਥਾਵਾਂ ਤੇ ਬਚਨ ਕੀਤੇ ਨੇ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਮੌਤ ਭੁੱਲ ਗਿਆ, ਦੇਖੀ ਮੌਤ ਭੁੱਲੀ ਨਾ, ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ। ਕਿਸੇ ਬਹੁਤ ਵੱਡੇ ਸੈਮੀਨਾਰ ਦੇ ਵਿੱਚ ਕਿਸੇ ਵਿਦਵਾਨ ਨੇ ਸਵਾਲ ਕੀਤਾ ਸੀ, ਜਦੋਂ ਦੇਖਿਆ ਕਿ ਬਹੁਤ ਸਾਰੇ ਲੋਕ ਸਾਹਮਣੇ ਬੈਠੇ ਨੇ ਤੇ ਇੱਕ ਬੰਦਾ ਜਿਹੜਾ ਹੈ ਉਹ ਧਿਆਨ ਨਹੀਂ ਦੇ ਰਿਹਾ ਉਹਦੀ ਗੱਲ ਵੱਲ। ਉਹ ਆਦਮੀ ਗਿਆ, ਫਟਾਫਟ ਉਹਨੇ ਮਾਈਕ ਸਾਹਮਣੇ ਕੀਤਾ ਤੇ ਸਵਾਲ ਕੀਤਾ ਕਿ ਤੁਸੀਂ ਜਿੰਦਾ ਕਿਉਂ ਹੋ। ਉਹਨੇ ਪਹਿਲਾਂ ਗੱਲ ਨੂੰ ਟਾਲਿਆ, ਆਪਣੀ ਕਿਤਾਬ ਕਤੂਬ ਖੋਲਦਾ ਰਿਹਾ। ਦੂਜੀ ਵਾਰ ਫਿਰ ਉਹਨੇ ਕਿਹਾ, ਤੁਸੀਂ ਜਿੰਦਾ ਕਿਉਂ ਹੋ, ਮੇਰੇ ਸਵਾਲ ਦਾ ਜਵਾਬ ਦਿਓ, ਅਸੀਂ ਜਿੰਦਾ ਕਿਉਂ ਹਾਂ। ਉਸ ਆਦਮੀ ਨੇ ਮੂੰਹ ਤਾਂ ਚੁੱਕ ਕੇ ਸਿਰਫ ਸਮਾਈਲ ਕੀਤੀ। ਜਦੋਂ ਤੀਜੀ ਵਾਰ ਕਿਹਾ ਕਿ ਅਸੀਂ ਜਿੰਦਾ ਕਿਉਂ ਹਾਂ, ਤੁਸੀਂ ਜਿੰਦਾ ਕਿਉਂ ਹੋ, ਤੇ ਉਹ ਇੱਕਦਮ ਬੋਲਿਆ ਗੁੱਸੇ 'ਚ ਆ ਕੇ, ਫਿਰ ਮੈਂ ਮਰ ਜਾਵਾਂ। ਸਵੇਰੇ ਜਾ ਖੁੱਲੀ ਤੇ ਜਿੰਦਾ ਸੀ, ਉੱਠ ਗਿਆ, ਮਰਿਆ ਹੁੰਦਾ ਤੇ ਨਾ ਉੱਠਦਾ। ਉਹ ਆਦਮੀ ਕਹਿਣ ਲੱਗਾ ਕਿ ਜੇ ਮੇਰੇ ਸਵਾਲ ਪੁੱਛਣ ਦਾ ਤਰੀਕਾ ਗਲਤ ਹੈ ਤੇ ਮੈਂ ਮਾਫੀ ਮੰਗਦਾ। ਮੈਂ ਤਾਂ ਸਿਰਫ ਇਹ ਪੁੱਛ ਰਿਹਾ ਕਿ ਤੁਹਾਡੀ ਉਮਰ 40 ਸਾਲ ਹੋ ਗਈ ਹੈ, 40 ਸਾਲ ਤੋਂ ਆਪ ਇਸ ਧਰਤੀ ਦੀ ਸ਼ੋਭਾ ਨੂੰ ਵਧਾ ਰਹੇ ਹੋ, ਤੇ ਸੋਚਿਆ ਵੀ ਤੁਹਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਪਤਾ ਹੋਏਗਾ, ਤੁਸੀਂ ਜਿੰਦਾ ਕਿਉਂ ਹੋ। ਜੇ ਨਹੀਂ ਪਤਾ ਤੇ ਮੈਂ ਕਿਸੇ ਹੋਰ ਨੂੰ ਪੁੱਛ ਲਵਾਂ, ਅਸੀਂ ਜਿੰਦਾ ਕਿਉਂ ਹਾਂ। ਉਸ ਆਦਮੀ ਨੇ ਜਵਾਬ ਦਿੱਤਾ, ਅਸੀਂ ਜਿੰਦਾ ਹਾਂ 6 ਗਾਹਕਾਂ ਨੂੰ ਸੰਤੁਸ਼ਟ ਕਰਨ ਵਾਸਤੇ, 6 ਕਸਟਮਰਸ ਨੂੰ ਸੈਟੀਸਫਾਈਡ ਰੱਖਣ ਵਾਸਤੇ। ਪਹਿਲੇ ਹਾਂ ਅਸੀਂ ਖੁਦ ਆਪ, ਜੇ ਅਸੀਂ ਆਪਣੇ ਆਪ ਨੂੰ ਖੁਸ਼ੀ ਨਹੀਂ ਦੇ ਪਾਏ, ਆਨੰਦ ਨਹੀਂ ਦੇ ਪਾਏ, ਦੁਨੀਆ ਨੂੰ ਆਨੰਦ ਕਿਵੇਂ ਦੇਵਾਂਗੇ। ਦੂਜਾ ਕਸਟਮਰ ਹੈ ਸਾਡੀ ਫੈਮਿਲੀ, ਸਾਡੀ ਮਾਂ, ਸਾਡਾ ਪਿਤਾ, ਸਾਡੇ ਭੈਣ ਭਰਾ। ਜੇ ਅਸੀਂ ਉਹਨਾਂ ਨੂੰ ਜ਼ਿੰਦਗੀ 'ਚ ਖੁਸ਼ੀ ਨਾ ਦੇ ਪਾਏ, ਫਿਰ ਇਸ ਜੀਵਨ ਦਾ ਲਾਭ ਕੀ। ਤੀਜਾ ਹੈ ਸਾਡੇ ਕੁਲੀਗ, ਸਾਡੀ ਕੰਪਨੀ, ਸਾਡੇ ਆਲੇ ਦੁਆਲੇ ਦੇ ਕੰਮਕਾਰ ਕਰਨ ਵਾਲੀ ਥਾਂ ਦੇ ਲੋਕ, ਵਰਕ ਪਲੇਸ ਦੇ ਲੋਕ। ਜੇ ਉਹਨਾਂ ਦੇ ਨਾਲ ਅਸੀਂ ਖੁਸ਼ੀ ਨਾਲ ਨਾ ਰਹਿ ਸਕੇ, ਫਿਰ ਜ਼ਿੰਦਗੀ ਵਿਅਰਥ ਹੈ। ਚੌਥਾ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਸਾਡੀ ਬਣੀ ਖੁਸ਼ ਨਹੀਂ ਆ, ਜੀਵਨ ਵਿਅਰਥ ਹੈ। ਪੰਜਵਾਂ ਸਾਡੀ ਸੁਸਾਇਟੀ, ਸਾਡਾ ਆਂਢ ਗੁਆਂਢ, ਸਾਡਾ ਸਮਾਜ ਜਿਹਦੇ ਅਸੀਂ ਹਿੱਸੇ ਹਾਂ, ਜੇ ਅਸੀਂ ਉਹਨਾਂ ਨੂੰ ਖੁਸ਼ੀ ਨਾ ਦੇ ਪਾਏ, ਫਿਰ ਜੀਵਨ ਵਿਅਰਥ ਹੈ। ਤੇ ਛੇਵਾਂ ਸਭ ਤੋਂ ਕੀਮਤੀ ਪ੍ਰਭੂ, ਜੇ ਅਸੀਂ ਪ੍ਰਭੂ ਦੇ ਪ੍ਰਤੀ ਵੀ ਸਮਰਪਿਤ ਨਹੀਂ ਹਾਂ, ਪ੍ਰਭੂ ਦੇ ਪ੍ਰਤੀ ਵੀ ਆਨੰਦਿਤ ਨਹੀਂ ਹਾਂ, ਉਹਦੇ ਸ਼ੁਕਰਾਨੇ ਵਿੱਚ ਨਹੀਂ ਹਾਂ, ਸਾਡਾ ਜੀਵਨ ਵਿਅਰਥ ਹੈ। ਇਸੇ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਬੜਾ ਸਿੰਪਲ ਕਹਿ ਦਿੱਤਾ, ਭਈ ਪ੍ਰਾਪਤ ਮਾਨੁਖ ਦੇ ਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾਮ। ਜ਼ਿੰਦਗੀ ਦਾ ਸਮਾਂ ਬਹੁਤ ਕੀਮਤੀ ਹੈ, ਮਨੁੱਖ ਵਿਅਰਥ ਗਵਾ ਰਿਹਾ ਹੈ। ਅੱਜ ਦੇ ਸ਼ਲੋਕ ਦੇ ਜਿਹੜੇ ਵਚਨ ਨੇ ਬੜੇ ਪਿਆਰੇ ਨੇ। ਛਜੰਤ ਮਹਾਸੁੰਦਰੀ ਕਾਇਆ, ਕਾਲ ਕੰਨਿਆ ਗਰਾਸਤੇ, ਕੀਮਤੀ ਮਨੁੱਖਾਂ ਦੀ ਛਿਜ ਰਹੀ ਹੈ। ਮੌਤ ਦੀ ਧੀ ਬੁਢਾਪਾ ਸਰੀਰ ਨੂੰ ਖਾ ਰਿਹਾ ਹੈ। ਰਚੰਤ ਪੁਰਖਿਆ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਮਨੁੱਖ ਪਰਿਵਾਰ ਦੀਆਂ ਕਲੋਲਾਂ ਵਿੱਚ ਮਸਤ ਹੈ, ਨਿਤ ਨਾ ਰਹਿਣ ਵਾਲੀ ਮਾਇਆ ਦੀਆਂ ਖੁਸ਼ੀਆਂ ਦੇ ਆਸਾਂ ਬਣਾਈ ਬੈਠਾ ਹੈ। ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ, ਸ਼ਰਨ ਨਾਨਕ ਕਰੁਣਾ ਮੈਂ। ਕਹਿਣਗੇ ਭਟਕ ਭਟਕ ਕੇ ਕਿੰਨੇ ਜੀਵ ਆਪਣੇ ਜੀਵਨ ਹਾਰਦੇ ਚਲੇ ਜਾਂਦੇ ਹਨ। ਮਨੁੱਖ ਜਿਹੜੇ ਅਨੇਕਾਂ ਜੂਨਾਂ 'ਚ ਜੀਵ ਭਟਕਦਾ ਫਿਰਦਾ ਹੈ। हे ਨਾਨਕ ਦਇਆ ਰੂਪ ਪ੍ਰਭੂ ਦਾ ਆਸਰਾ ਲੈ ਲਓ,
ਇੱਕ ਪ੍ਰਭੂ ਦਾ ਆਸਰਾ ਜਿਹੜਾ ਹੈ ਮਨੁੱਖਾ ਜੀਵਨ ਨੂੰ ਸਫਲ ਕਰਦਾ ਹੈ। ਸ਼ਰਨ ਨਾਨਕ ਕਰੁਣਾ ਮੈਂ, ਜਿਹੜਾ ਸਾਰਿਆਂ ਤੇ ਤਰਸ ਖਾਣ ਵਾਲਾ ਹੈ, ਉਸ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ, ਆਪਣੇ ਜੀਵਨ ਨੂੰ ਸਵਾਰ ਲਓ, ਆਪਣੇ ਜੀਵਨ ਨੂੰ ਸੁੰਦਰ ਬਣਾ ਲਓ, ਗੁਰੂ ਗਿਆਨ ਦੇ ਸਦਕਾ ਜੀਵਨ ਨੂੰ ਆਪਣੇ ਨੂੰ ਸਫਲ ਕਰ ਲਓ। ਸਟੀਵ ਜੌਬ ਦਾ ਇੱਕ ਬੜਾ ਮਸ਼ਹੂਰ ਕਥਨ ਹੈ, ਸਟੇ ਹੰਗਰੀ ਸਟੇ ਫੁਲਿਸ਼। ਭੁੱਖੇ ਰਹੋ, ਮੂਰਖ ਰਹੋ। ਉਹਦਾ ਮਤਲਬ ਕੀ ਹੈ? ਸਟੇ ਹੰਗਰੀ, ਭੁੱਖੇ ਰਹੋ, ਭਾਵ ਕੁਝ ਨਾ ਕੁਝ ਕਰਨ ਦੀ ਭੁੱਖ ਰਹਿਣੀ ਚਾਹੀਦੀ ਹੈ। ਦੁਨੀਆ ਤੇ ਆਏ ਮੈਂ ਕੁਝ ਕਰਕੇ ਜਾਵਾਂ, ਕੁਝ ਨਾ ਕੁਝ ਕਰਾਂ, ਜੀਵਨ ਵਿਅਰਥ ਨਾ ਗਵਾਵਾਂ। ਸਟੇ ਹੰਗਰੀ, ਭੁੱਖੇ ਰਹੋ, ਕੁਝ ਨਾ ਕੁਝ ਕਰਨ ਦੀ ਭੁੱਖ ਰਹਿਣੀ ਚਾਹੀਦੀ ਹੈ। ਸਟੇ ਫੁਲਿਸ਼, ਮੂਰਖ ਰਹੋ, ਭਾਵ ਮੂਰਖ ਰਹਿ ਕੇ ਅਸੀਂ ਸਿੱਖ ਸਕਦੇ ਹਾਂ। ਜੇ ਅਸੀਂ ਪਹਿਲਾਂ ਹੀ ਸੋਚੀਏ ਅਸੀਂ ਸਾਰਾ ਕੁਝ ਜਾਣਦੇ ਹਾਂ, ਅਸੀਂ ਕੁਝ ਵੀ ਨਹੀਂ ਸਿੱਖ ਸਕਾਂਗੇ। ਸਹੀ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਜਿਹੜਾ ਪਹਿਲਾਂ ਹੀ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈ, ਮੈਂ ਜਾਣਦਾ ਹੀ ਹਾਂ, ਗੁਰੂ ਜੀ ਆਖਦੇ ਨੇ ਉਹ ਅਣਜਾਣ ਹੈ, ਉਹ ਕੁਝ ਵੀ ਨਹੀਂ ਜਾਣਦਾ। ਸਟੇ ਫੁਲਿਸ਼ ਮੈਨੇ ਮੂਰਖ ਬਣੋ, ਭਾਵ ਕਹਿ ਦੋ ਕਿ ਸਾਨੂੰ ਕੁਝ ਵੀ ਨਹੀਂ ਆਉਂਦਾ, ਮੂਰਖ ਰਹਿ ਕੇ ਅਸੀਂ ਕੁਝ ਸਿੱਖ ਸਕਦੇ ਹਾਂ। ਜੇ ਪਹਿਲਾਂ ਹੀ ਜਾਣਦੇ ਹੋਵਾਂਗੇ ਕੁਝ ਨਹੀਂ ਸਿੱਖ ਸਕਾਂਗੇ। ਇਹੀ ਲਫ਼ਜ਼ ਕਦੀ ਸੁਕਰਾਤ ਨੇ ਕਿਹਾ ਸੀ, ਮਰਨ ਲੱਗਿਆ ਉਹਨੇ ਸਟੇਟਮੈਂਟ ਦਿੱਤੀ, ਇਸ ਦੁਨੀਆ ਦਾ ਸਭ ਤੋਂ ਸਿਆਣਾ ਆਦਮੀ ਮੈਂ ਹਾਂ। ਉਹਦੇ ਚੇਲੇ ਬੜੇ ਹੈਰਾਨ ਹੋਏ, ਆਪਣੇ ਚੇਲਿਆਂ ਦੇ ਚਿਹਰੇ ਵੱਲ ਦੇਖ ਕੇ ਸਮਝ ਗਿਆ। ਚੇਲੇ ਸੋਚਦੇ ਨੇ ਕਿੰਨਾ ਘਮੰਡੀ, ਮਰਨ ਲੱਗਿਆ ਕਹਿ ਰਿਹਾ ਮੈਂ ਬੜਾ ਸਿਆਣਾ ਵਾਂ। ਸੁਕਰਾਤ ਸਮਝ ਗਿਆ, ਉਹਨੇ ਆਪਣੀ ਸਟੇਟਮੈਂਟ ਨੂੰ ਫਿਰ ਵਿਸਥਾਰ ਨਾਲ ਦੱਸਿਆ। ਕਹਿਣ ਲੱਗਾ ਇਸ ਧਰਤੀ ਦਾ ਸਭ ਤੋਂ ਸਿਆਣਾ ਆਦਮੀ ਮੈਂ ਹਾਂ, ਕਿਉਂਕਿ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ, ਮੈਂ ਕੁਝ ਵੀ ਨਹੀਂ ਜਾਣਦਾ। ਜਿਹੜਾ ਮਨੁੱਖ ਇੰਨਾ ਕਹਿ ਦਿੰਦਾ ਹੈ ਨਾ, ਮੈਂ ਕੁਝ ਵੀ ਨਹੀਂ ਜਾਣਦਾ, ਉਹ ਗੁਰੂ ਦੇ ਗਿਆਨ ਸਦਕਾ ਫੁੱਲਫਿਲ ਹੋ ਜਾਂਦਾ ਹੈ, ਭਰ ਜਾਂਦਾ ਹੈ। ਭਾਵ ਇਹ ਮਨੁੱਖਾ ਜੀਵਨ ਇਸ ਤੋਂ ਪਹਿਲਾਂ ਵਿਅਰਥ ਚਲਾ ਜਾਏ, ਕੁਝ ਕਰ ਜਾਓ, ਕੁਝ ਕਰਨ ਦੀ ਜੀਵਨ ਦੇ ਵਿੱਚ ਸਮਰੱਥਾ ਨੂੰ ਪੈਦਾ ਕਰੋ, ਨਾਲ ਨਾਲ ਪ੍ਰਭੂ ਦੇ ਸ਼ੁਕਰਾਨੇ ਵਿੱਚ ਜੀਵਨ ਨੂੰ ਜੀਓ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ, ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।